वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 202। ਨਨਕਾਣੇ ਦਾ ਘੱਲੂਘਾਰਾ। ਗੁਰੂ ਨਾਨਕ ਦੀ ਜਨਮ ਭੂਮੀ ਧਰਮ ਦਾਣ ਵਾਲੇ ਸਿੱਖ ਗੁਰਦੁਆਰਿਆਂ ਵਿੱਚ ਸਭ ਤੋਂ ਵੱਧ ਅਮੀਰ ਸੀ। ਉਸ ਸਮੇਂ ਇਹਦਾ ਪ੍ਰਬੰਧ ਉਦਾਸੀ ਮਹੰਤ ਨਰਾਇਣ ਦਾਸ ਵੱਲੋਂ ਕੀਤਾ ਜਾ ਰਿਹਾ ਸੀ। ਨਰਾਇਣ ਦਾਸ ਜੋ ਗੁਰਦੁਆਰੇ ਵਿੱਚ ਹੀ ਆਪਣੀ ਮਸ਼ੂਕਾ ਨਾਲ ਰਿਹਾ ਕਰਦਾ ਸੀ। ਉਹ ਨੱਚਣ ਲਈ ਵੇਸਵਾ ਨੂੰ ਪਵਿੱਤਰ ਗੁਰਦੁਆਰੇ ਦੀ ਪਰਿਕਰਮਾ ਵਿੱਚ ਸੱਦਿਆ ਕਰਦਾ ਸੀ। ਸਥਾਨਕ ਸਿੱਖਾਂ ਨੇ ਉਸ ਨੂੰ ਜ਼ੋਰ ਜ਼ਬਰਦਸਤੀ ਉੱਥੋਂ ਕੱਢ ਦੇਣ ਦੀ ਧਮਕੀ ਦਿੱਤੀ। ਮਹੰਤ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਤੇ ਆਪਣੀ ਰਾਖੀ ਲਈ ਉਸ ਨੇ 400 ਬਦਮਾਸ਼ ਰੱਖ ਲਏ। 20 ਫਰਵਰੀ 1921 ਨੂੰ ਤੜਕਸਾਰ ਲਕਸ਼ਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿੱਚ ਅਕਾਲੀਆਂ ਦਾ ਇੱਕ ਜੱਥਾ ਗੁਰਦੁਆਰੇ ਵਿੱਚ ਦਾਖਲ ਹੋਇਆ। ਫਿਰ ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਨਰਾਇਣ ਦਾਸ ਦੇ ਮੁੰਡਿਆਂ ਨੇ ਤਲਵਾਰਾਂ, ਕੁਹਾੜੀਆਂ ਤੇ ਬੰਦੂਕਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ। ਮਾਰੇ ਗਏ ਤੇ ਮਰ ਰਹੇ ਅਕਾਲੀਆਂ ਨੂੰ ਧੂ ਕੇ ਲੱਕੜੀਆਂ ਦੇ ਪਹਿਲਾਂ ਹੀ ਇਕੱਠੇ ਕੀਤੇ ਢੇਰ ਤੇ ਪਾ ਕੇ ਸਾੜ ਦਿੱਤਾ ਗਿਆ। ਜਦ ਤੱਕ ਪੁਲਿਸ ਤੇ ਸਥਾਨਕ ਲੋਕ ਉੱਥੇ ਪਹੁੰਚੇ, 130 ਆਦਮੀ ਅੱਗ ਦੀਆਂ ਲਾਟਾਂ ਨੇ ਭਸਮ ਬਣਾ ਦਿੱਤੇ ਸਨ। ਅਕਾਲੀਆਂ ਦੇ ਕਤਲਾਂ ਲਈ 3 ਆਦਮੀਆਂ ਨੂੰ ਮੌਤ ਦੀ ਸਜ਼ਾ ਹੋਈ ਤੇ ਨਰਾਇਣ ਦਾਸ ਸਮੇਤ 2 ਨੂੰ ਉਮਰ ਕੈਦ ਹੋਈ। ਇਸ ਅਤਿਆਚਾਰ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦੂਰ ਦੁਰਾਡੇ ਸ਼ਹਿਰਾਂ ਤੋਂ ਅਕਾਲੀ ਜੱਥੇ ਨਨਕਾਣਾ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਲਾਹੌਰ ਦਾ ਕਮਿਸ਼ਨਰ ਜਲਦੀ ਹੀ ਵਾਰਦਾਤ ਵਾਲੀ ਥਾਂ ਤੇ ਪਹੁੰਚ ਗਿਆ ਤੇ ਉਸ ਨੇ ਬੜੀ ਫੁਰਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧ ਨੂੰ ਗੁਰਦੁਆਰੇ ਦੀਆਂ ਚਾਬੀਆਂ ਸੌਂਪ ਦਿੱਤੀਆਂ। ਪੰਜਾਬ ਵਿੱਚ ਉਹ ਮਾਹੌਲ ਪੈਦਾ ਹੋ ਗਿਆ ਜੋ ਜਲ੍ਹਿਆਂਵਾਲੇ ਕਾਂਡ ਦੇ ਮਗਰੋਂ ਸੀ। ਲਾਹੌਰ, ਅੰਮ੍ਰਿਤਸਰ ਤੇ ਸ਼ੇਖੂਪੁਰਾ ਦੇ ਜ਼ਿਲ੍ਹਿਆਂ ਵਿੱਚ ਦੇਸ਼ ਧਰੋਹੀ ਸਮਾਗਮ ਕਾਨੂੰਨ ਲਾਗੂ ਕਰ ਦਿੱਤਾ ਗਿਆ ਤੇ ਭੜਕਾਊ ਨੇਤਾ ਗ੍ਰਿਫਤਾਰ ਕਰ ਲਏ ਗਏ। ਸਰਕਾਰ ਨਾਲ ਨਾ ਮਿਲਵਰਤਨ ਕਰਨ ਦੇ ਮਤੇ ਕਈ ਪ੍ਰਾਂਤਕ ਜਥੇਬੰਦੀਆਂ ਨੇ ਪਾਸ ਕਰ ਦਿੱਤੇ। ਮਹਾਤਮਾ ਗਾਂਧੀ ਵੀ ਨਨਕਾਣੇ ਪਹੁੰਚਿਆ। ਉਸਨੇ ਕਿਹਾ, ਹਰ ਚੀਜ਼ ਇੱਕੋ ਸੰਕੇਤ ਦਿੰਦੀ ਹੈ ਕਿ ਇਹ ਡਾਇਰਵਾਦ ਦੀ ਦੋਹਰ ਹੈ। ਉਸ ਦਾ ਦੂਸਰਾ ਸੰਸਕਰਣ ਹੈ ਤੇ ਜਲ੍ਹਿਆਂਵਾਲੇ ਦੇ ਬਰਬਰ ਕਾਂਡ ਨਾਲੋਂ ਵੀ ਵਧੇਰੇ ਕਰੂਰ, ਸ਼ੈਤਾਨੀ ਤੇ ਵਹਿਸ਼ੀਆਨਾ ਹੈ। 1921 ਦੀਆਂ ਗਰਮੀਆਂ ਦੀ ਰੁੱਤ ਸਾਰੇ ਭਾਰਤ ਵਿੱਚ ਬੇਚੈਨੀ ਤੇ ਗੜਬੜ ਦਾ ਸਮਾਂ ਸੀ। ਮਾਲਾਬਾਰ ਵਿੱਚ ਮੋਪਲਿਆਂ ਨੇ ਬਗਾਵਤ ਕਰ ਦਿੱਤੀ ਸੀ। ਪ੍ਰੈਸ ਆਫ ਵੇਲਜ਼ ਦੀ ਯਾਤਰਾ ਕਾਰਨ ਹਰ ਥਾਂ ਹੜਤਾਲਾਂ ਹੋ ਰਹੀਆਂ ਸਨ। ਵਿਦੇਸ਼ੀ ਸ਼ਰਾਬ ਦੀਆਂ ਦੁਕਾਨਾਂ ਤੇ ਧਰਨੇ ਦਿੱਤੇ ਜਾ ਰਹੇ ਸਨ ਤੇ ਵਿਦੇਸ਼ੀ ਵਸਤੂਆਂ ਸਾੜੀਆਂ ਜਾ ਰਹੀਆਂ ਸਨ। ਇਨ੍ਹਾਂ ਮੁਜ਼ਾਹਰਿਆਂ ਕਾਰਨ ਲਾਠੀਆਂ ਮਾਰੀਆਂ ਜਾ ਰਹੀਆਂ ਸਨ ਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਸਨ। ਬਦਕਿਸਮਤੀ ਨਾਲ ਐਸਾ ਢੋਅ ਢੁੱਕਿਆ ਸੀ ਕਿ ਸਿਆਲੂ ਬਰਸਾਤ ਵੀ ਨਾ ਹੋਈ, ਜਿਸ ਦਾ ਪਿੱਛੋਂ ਗਰਮੀ ਦੀ ਰੁੱਤ ਤੇ ਪ੍ਰਭਾਵ ਪਿਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਲ ਵਰਗੇ ਹਾਲਾਤ ਪੈਦਾ ਹੋ ਗਏ ਸਨ। ਸਖਤੀਆਂ ਤੇ ਆਰਥਿਕ ਮੰਦਹਾਲੀ ਨੇ ਸਿੱਖਾਂ ਵਿੱਚ ਵਿਆਕੁਲਤਾ ਵਧਾ ਦਿੱਤੀ ਤੇ ਉਹ ਅੰਦੋਲਨ ਕਰਨ ਲੱਗੇ। ਜਿਹੜੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਵਾਂਗ ਸਰਕਾਰ ਨਾਲ ਸਹਿਯੋਗ ਕਰਦੇ ਸਨ, ਉਹਨਾਂ ਨੂੰ ਘਿਰਣਾ ਨਾਲ ਝੋਲੀ ਚੁੱਕ ਤੇ ਟੋਡੀ ਆਖਿਆ ਗਿਆ। ਗਰਮ ਖਿਆਲਾਂ ਦੇ ਨੇਤਾ ਜੋ ਉੱਭਰ ਕੇ ਆਏ, ਉਹ ਵੱਖ-ਵੱਖ ਰਾਜਸੀ ਸੋਚ ਤੇ ਧਾਰਮਿਕ ਜੋਸ਼ ਨਾਲ ਭਰਪੂਰ ਸਨ। ਬਾਬਾ ਖੜਕ ਸਿੰਘ, ਮਹਿਤਾਬ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਮੁੱਖ ਰੂਪ ਵਿੱਚ ਧਾਰਮਿਕ ਕਾਰਨਾਂ ਤੋਂ ਪ੍ਰੇਰਿਤ ਸਨ। ਮਾਸਟਰ ਤਾਰਾ ਸਿੰਘ ਤੇ ਤਿੰਨੇ ਝਬਾਲੀਏ ਭਰਾ ਅਮਰ ਸਿੰਘ, ਗੁਰਮੁਖ ਸਿੰਘ ਤੇ ਜਸਵੰਤ ਸਿੰਘ ਜੋ ਬਹੁ ਗਿਣਤੀ ਦੇ ਪ੍ਰਤੀਨਿਧ ਸਨ, ਉਹ ਉਤਨੇ ਹੀ ਧਾਰਮਿਕ ਤੇ ਰਾਸ਼ਟਰਵਾਦੀ ਸਨ। ਕੁਝ ਕੱਟੜ ਤੇ ਜਨੂਨੀ ਕਿਸਮ ਦੇ ਆਗੂ ਵੀ ਸਨ ਜੋ ਨਿਹੰਗਾਂ ਦੀ ਫੌਜੀ ਰਿਵਾਇਤ ਅਨੁਸਾਰ ਸਖਤੀ ਦਾ ਟਾਕਰਾ ਸਖਤੀ ਨਾਲ ਕਰਨਾ ਚਾਹੁੰਦੇ ਸਨ। ਇਸ ਦਲ ਨੇ ਆਪਣੀ ਆਤੰਕਵਾਦੀ ਜਥੇਬੰਦੀ ਬਣਾ ਲਈ
ਤੇ ਇਹ ਦਲ ਬੱਬਰ ਅਕਾਲੀਆਂ ਵਜੋਂ ਪ੍ਰਸਿੱਧ ਹੋ ਗਿਆ। ਨਵੇਂ ਨੇਤਾਵਾਂ ਨੇ ਲੋਕਾਂ ਦੀਆਂ ਭੜਕੀਆਂ ਹੋਈਆਂ ਭਾਵਨਾਵਾਂ ਦਾ ਪੂਰਾ ਲਾਭ ਉਠਾਇਆ। ਸਿੱਖਾਂ ਨੂੰ ਨਨਕਾਣੇ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ ਕਾਲੀਆਂ ਦਸਤਾਰਾਂ ਬੰਨ੍ਹਣ ਲਈ ਕਿਹਾ ਗਿਆ। ਮ੍ਰਿਤਕਾਂ ਦੇ ਪਰਿਵਾਰਾਂ ਲਈ ਸਹਾਇਤਾ ਲੈਣ ਲਈ ਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਬਣਾਉਣ ਲਈ ਨਨਕਾਣੇ ਵਿੱਚ ਇੱਕ ਹਸਪਤਾਲ ਤੇ ਅੰਮ੍ਰਿਤਸਰ ਵਿੱਚ ਇੱਕ ਮਿਸ਼ਨਰੀ ਕਾਲਜ ਖੋਲ੍ਹਣ ਲਈ ਇੱਕ ਸ਼ਹੀਦੀ ਫੰਡ ਕਾਇਮ ਕੀਤਾ ਗਿਆ। ਇਸ ਮੰਤਵ ਲਈ ਸਾਰੇ ਪ੍ਰਾਂਤ ਤੋਂ ਉਗਰਾਹੀ ਕੀਤੀ ਗਈ। ਇਸ ਪ੍ਰਚਾਰ ਦਾ ਅਸਰ ਉਸ ਪਤਝੜ ਦੀ ਰੁੱਤ ਵਿੱਚ ਗੁਰੂ ਨਾਨਕ ਆਗਮਨ ਪੁਰਬ ਦੇ ਜਸ਼ਨਾਂ ਵਿੱਚ ਸਾਫ਼ ਝਲਕਦਾ ਸੀ। ਨਨਕਾਣਾ ਸਾਹਿਬ ਵਿੱਚ ਇਕੱਠੇ ਹੋਏ ਸਿੱਖਾਂ ਵਿੱਚੋਂ 20,000 ਅਕਾਲੀ ਸਨ ਤੇ 15,000 ਵੱਖ-ਵੱਖ ਜਥਿਆਂ ਨਾਲ ਸੰਬੰਧਿਤ ਸਨ। ਚਾਬੀਆਂ ਦਾ ਮੋਰਚਾ। ਅਤਿਅੰਤ ਭੜਕਾਹਟ ਭਰੇ ਮਾਹੌਲ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਧੁਖ ਰਹੀ ਅੱਗ ਨੂੰ ਤੀਲੀ ਲਾ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਾਬਾ ਖੜਕ ਸਿੰਘ ਦੀ ਨੇਕ ਨੀਤੀ ਬਾਰੇ ਸ਼ੱਕੀ ਹੋਣ ਕਰਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਲੈ ਲਈਆਂ ਤੇ ਉਹ ਆਪਣੇ ਨਾਮਜ਼ਦ ਵਿਅਕਤੀਆਂ ਨੂੰ ਦੇਣ ਦੀ ਵਿਉਂਤ ਬਣਾ ਲਈ। ਉਸ ਨੇ ਦੇਸ਼ ਧਰੋਹ ਸਮਾਗਮ ਕਾਨੂੰਨ ਲਾਗੂ ਕਰਕੇ 193 ਨੇਤਾ ਗ੍ਰਿਫਤਾਰ ਕਰ ਲਏ। ਉਹਨਾਂ ਨੇਤਾਵਾਂ ਨੂੰ ਵੱਖ-ਵੱਖ ਸਮੇਂ ਦੀਆਂ ਸਜ਼ਾਵਾਂ ਤੇ ਜੁਰਮਾਨੇ ਕੀਤੇ ਗਏ। ਚਾਬੀਆਂ ਲਏ ਜਾਣ ਨਾਲ ਭਾਰਤ ਵਿੱਚ ਹੀ ਹਲਚਲ ਤੇ ਜੋਸ਼ ਪੈਦਾ ਹੋ ਗਿਆ। ਸਰਕਾਰ ਨੇ ਅਨੁਭਵ ਕੀਤਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਚਾਬੀਆਂ ਲੈ ਕੇ ਭੂੰਡਾਂ ਦੇ ਛੱਤੇ ਨੂੰ ਛੇੜ ਲਿਆ ਹੈ ਤੇ ਸਜ਼ਾਵਾਂ ਦੇਣ ਤੋਂ ਕੁਝ ਦਿਨ ਮਗਰੋਂ ਗਵਰਨਰ ਨੇ ਸਭ ਕੈਦੀ ਰਿਹਾ ਕਰ ਦਿੱਤੇ ਤੇ ਚਾਬੀਆਂ ਖੜਕ ਸਿੰਘ ਕਮੇਟੀ ਨੂੰ ਸੌਂਪ ਦਿੱਤੀਆਂ। ਮਹਾਤਮਾ ਗਾਂਧੀ ਨੇ ਇਸ ਨੂੰ ਪਹਿਲੀ ਫੈਸਲਾ ਗੁਣ ਜਿੱਤ ਆਖਿਆ। ਲੈਫਟੀਨੈਂਟ ਗਵਰਨਰ ਸਰ ਮੈਕਲਾਗਨ ਕਾਨੂੰਨੀ ਢੰਗ ਰਾਹੀਂ ਗੁਰਦੁਆਰੇ ਹੱਕੀ ਮਾਲਕਾਂ ਸਿੱਖ ਸੰਗਤਾਂ ਦੇ ਹਵਾਲੇ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। ਮਾਰਚ 1921 ਵਿੱਚ ਸਿੱਖਿਆ ਮੰਤਰੀ ਮੀਆਂ ਫਜ਼ਲ ਹੁਸੈਨ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਬੋਰਡ ਆਫ ਕਮਿਸ਼ਨਰ ਸਥਾਪਿਤ ਕਰਨ ਲਈ ਬਿੱਲ ਪੇਸ਼ ਕੀਤਾ। ਬਿੱਲ ਦੀ ਸਿੱਖ ਵਿਧਾਇਕਾਂ ਨੇ ਵਿਰੋਧਤਾ ਕੀਤੀ। ਉਹਨਾਂ ਨੂੰ ਬੋਰਡ ਵਿੱਚ ਇੱਕ ਗੈਰ ਸਿੱਖ ਮੈਂਬਰ ਦੀ ਹੋਂਦ ਬਾਰੇ ਇਤਰਾਜ਼ ਸੀ, ਕਿਉਂਕਿ ਇਸ ਦਾ ਇੱਕੋ ਇੱਕ ਕੰਮ ਤਾਂ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਸੀ। ਨਾ ਹੀ ਮੈਂਬਰ ਗੁਰਦੁਆਰੇ ਦੀ ਪਰਿਭਾਸ਼ਾ ਬਾਰੇ ਸਹਿਮਤ ਸਨ, ਕਿਉਂਕਿ ਬਹੁਤ ਸਾਰੇ ਉਦਾਸੀਆਂ ਨੇ ਗੁਰਦੁਆਰਿਆਂ ਨੂੰ ਹਿੰਦੂ ਮੰਦਰ ਐਲਾਨ ਕਰ ਛੱਡਿਆ ਸੀ ਤੇ ਇਸ ਤਰ੍ਹਾਂ ਉਹਨਾਂ ਨੂੰ ਹਿੰਦੂਆਂ ਤੇ ਸਿੱਖ ਵਿਰੋਧੀ ਮੈਂਬਰਾਂ ਦਾ ਸਮਰਥਨ ਮਿਲ ਗਿਆ। ਮਹਿਤਾਬ ਸਿੰਘ ਨੇ ਮਹੰਤਾਂ ਉੱਪਰ ਸਖਤ ਨੁਕਤਾਚੀਨੀ ਕਰਕੇ ਜਵਾਬੀ ਹਮਲਾ ਕੀਤਾ। ਮਹੰਤ ਇੱਕ ਅਮਰਵੇਲ ਵਰਗੀ ਜਮਾਤ ਹੈ। ਉਹ ਗੁਰੂ ਜੀ ਦੇ ਕਥਨ ਅਨੁਸਾਰ ਸ਼ਰਧਾਲੂਆਂ ਵੱਲੋਂ ਦਿੱਤੀ ਪੂਜਾ ਦਾ ਧਾਨ ਖਾ ਖਾ ਕੇ ਭ੍ਰਿਸ਼ਟ ਹੋ ਗਏ ਹਨ ਤੇ ਇਹ ਪੂਜਾ ਦੇ ਜ਼ਹਿਰ ਨੇ ਉਹਨਾਂ ਨੂੰ ਸ਼ੈਤਾਨ ਬਣਾ ਦਿੱਤਾ ਹੈ। ਜੇ ਸਰਕਾਰ ਸਾਡੀ ਇਮਾਨਦਾਰੀ ਨਾਲ ਸਹਾਇਤਾ ਕਰਨਾ ਚਾਹੁੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਅਸੀਂ ਨਿਰਮਲੇ ਜਾਂ ਉਦਾਸੀ ਮੱਤ ਦੇ ਸਾਧੂਆਂ ਨੂੰ ਆਪਣੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਮੀਆਂ ਫਜ਼ਲ ਹੁਸੈਨ ਨੇ ਬਿੱਲ ਨੂੰ ਪਾਸ ਕਰਵਾ ਕੇ ਕਾਨੂੰਨ ਬਣਵਾ ਦਿੱਤਾ ਤੇ ਇਸ ਤਰ੍ਹਾਂ 1992 ਦਾ ਸਿੱਖ ਗੁਰਦੁਆਰਾ ਐਂਡ ਸ਼ਰਾਈਨ ਐਕਟ ਹੋਂਦ ਵਿੱਚ ਆ ਗਿਆ, ਪਰ ਸਿੱਖਾਂ ਨੇ ਇਸ ਕਾਨੂੰਨ ਨੂੰ ਅਣਗੌਲਿਆ ਕਰ ਦਿੱਤਾ। SGPC ਨੇ 21 ਮਈ 1921 ਨੂੰ ਸਰਕਾਰ ਨਾਲ ਅਸਹਿਯੋਗ ਆਰੰਭ ਕਰ ਦਿੱਤਾ ਤੇ ਸਿੱਖਾਂ ਨੂੰ ਅੰਗਰੇਜ਼ੀ ਮਾਲ ਦਾ ਬਾਈਕਾਟ ਕਰਨ ਦੀ ਸਲਾਹ ਤੇ ਪ੍ਰੇਰਨਾ ਦਿੱਤੀ। ਨਰਮ ਖਿਆਲੀਏ SGPC ਚੋਂ ਬਾਹਰ ਹੋ ਗਏ। ਉਸ ਸਮੇਂ ਹੀ ਮਹਿਤਾਬ ਸਿੰਘ ਨੇ ਪੰਜਾਬ ਕੌਂਸਲ ਵਿੱਚ ਡਿਪਟੀ ਸਪੀਕਰ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਇਸ ਤਰ੍ਹਾਂ ਸਰਕਾਰ ਨੂੰ ਤੇ ਵਿਧਾਨ ਸਭਾ ਨੂੰ ਅਕਾਲੀ ਦ੍ਰਿਸ਼ਟੀਕੋਣ ਸਮਝਣ ਤੋਂ ਵੰਚਿਤ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਜੋ ਲੈਫਟੀਨੈਂਟ ਗਵਰਨਰ ਦੇ ਚਾਬੀਆਂ ਦੇ ਮਾਮਲੇ ਬਾਰੇ ਫੈਸਲੇ ਤੋਂ ਚਿੜੇ ਹੋਏ ਤੇ ਗੁੱਸੇ ਵਿੱਚ ਸਨ, ਅਕਾਲੀਆਂ ਨਾਲ ਸਖਤੀ ਨਾਲ ਪੇਸ਼ ਆਉਣ ਲੱਗੇ। ਪ੍ਰਾਂਤ ਦੇ 13 ਜ਼ਿਲ੍ਹਿਆਂ ਵਿੱਚ 1200 ਗ੍ਰਿਫਤਾਰੀਆਂ ਕੀਤੀਆਂ ਗਈਆਂ। ਸਭ ਤੋਂ ਮੂੰਹ ਜ਼ੋਰ ਤੇ ਆਪ ਹੁਦਰਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸੀ,
ਜਿਸ ਨੇ ਅਕਾਲੀਆਂ ਨਾਲ ਸ਼ਕਤੀ ਪ੍ਰੀਖਿਆ ਕਰਨ ਵਿੱਚ ਤੇਜ਼ੀ ਵਿਖਾਈ। ਗੁਰੂ ਕਾ ਬਾਗ। ਅੰਮ੍ਰਿਤਸਰ ਤੋਂ 13 ਮੀਲ ਦੂਰ ਗੁਰੂ ਅਰਜਨ ਦੇਵ ਦੀ ਉਸ ਸਥਾਨ ਦੀ ਯਾਤਰਾ ਦੀ ਯਾਦ ਵਿੱਚ ਗੁਰੂ ਕੇ ਬਾਗ ਦਾ ਗੁਰਦੁਆਰਾ ਬਣਾਇਆ ਗਿਆ ਸੀ। ਗੁਰਦੁਆਰੇ ਦੇ ਨਾਲ ਲਗਵਾਂ ਜ਼ਮੀਨ ਦਾ ਇੱਕ ਟੁਕੜਾ ਸੀ ਜਿਸ ਵਿੱਚ ਗੁਰਦੁਆਰੇ ਦੇ ਲੰਗਰ ਲਈ ਲੱਕੜੀ ਵਰਤਣ ਵਾਸਤੇ ਕਿਕਰਾਂ ਦੇ ਦਰਖਤ ਲਗਾਏ ਗਏ ਸਨ। ਉਦਾਸੀ ਮਹੰਤ ਨੇ ਅੰਮ੍ਰਿਤ ਛਕ ਕੇ ਚੁਣੀ ਹੋਈ ਕਮੇਟੀ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ, ਪਰੰਤੂ ਫਿਰ ਅਚਾਨਕ ਹੀ ਅਕਾਰਨ ਉਸ ਨੇ ਅਗਸਤ 1921 ਦੇ ਪਹਿਲੇ ਹਫ਼ਤੇ ਅਕਾਲੀਆਂ ਵਿਰੁੱਧ ਸ਼ਿਕਾਇਤ ਲਿਖਵਾ ਦਿੱਤੀ ਕਿ ਅਕਾਲੀ ਗੁਰਦੁਆਰੇ ਦੀ ਜ਼ਮੀਨ 'ਚੋਂ ਦਰਖਤ ਕੱਟ ਰਹੇ ਹਨ। ਪੁਲਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ 'ਤੇ ਨਜਾਇਜ਼ ਪ੍ਰਵੇਸ਼ ਦਾ ਫੌਜਦਾਰੀ ਮੁਕੱਦਮਾ ਦਰਜ ਕਰ ਲਿਆ। ਅਕਾਲੀਆਂ ਨੇ ਸੈਡੀਸੀਅਸ ਮੀਟਿੰਗ ਐਕਟ ਲਾਗੂ ਹੋਣ ਦੇ ਬਾਵਜੂਦ ਗੁਰੂ ਕੇ ਬਾਗ ਵਿੱਚ ਜਲਸਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਸਮਾਗਮ ਵਿੱਚ ਇਕੱਠੇ ਹੋਏ ਲੋਕ ਖਿੰਡਾ ਪੁੰਡਾ ਦਿੱਤੇ ਤੇ ਮਾਸਟਰ ਤਾਰਾ ਸਿੰਘ ਤੇ ਮਹਿਤਾਬ ਸਿੰਘ ਸਮੇਤ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। SGPC ਨੇ ਸਰਕਾਰ ਦੀ ਚੁਣੌਤੀ ਕਬੂਲ ਕਰ ਲਈ। 100 ਦੇ ਜਥੇ ਬਣਾਏ ਗਏ। ਉਹ ਪਹਿਲਾਂ ਅਕਾਲ ਤਖ਼ਤ ਉੱਪਰ ਅਹਿੰਸਾਵਾਦੀ ਰਹਿਣ ਦੀ ਪ੍ਰਤਿੱਗਿਆ ਲੈਂਦੇ ਤੇ ਉਹ ਗੁਰੂ ਕੇ ਬਾਗ ਵੱਲ ਤੁਰ ਪੈਂਦੇ। ਪੁਲਿਸ ਉਹਨਾਂ ਨੂੰ ਝਗੜੇ ਵਾਲੀ ਜ਼ਮੀਨ ਤੋਂ ਬਹੁਤ ਪਿੱਛੇ ਹੀ ਰੋਕ ਲੈਂਦੀ ਤੇ ਉਹਨਾਂ ਨੂੰ ਖਿੰਡ ਪੁੰਡ ਜਾਣ ਦਾ ਹੁਕਮ ਦਿੰਦੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਨੂੰ ਲਾਠੀਆਂ, ਬੂਟਾਂ ਤੇ ਘਸੂਨਾਂ ਨਾਲ ਬੜੀ ਨਿਰਦੈਤਾ ਨਾਲ ਕੁੱਟਦੀ। ਪੁਲਿਸ ਤੇ ਸ਼ਾਂਤੀ ਪਸੰਦ ਸੱਤਾਗ੍ਰਾਹੀਆਂ ਵਿਚਕਾਰ ਇਹ ਸੰਘਰਸ਼ ਜਾਰੀ ਰਿਹਾ, ਜਿਸ ਨੂੰ ਬਹੁਤ ਸਾਰੇ ਭਾਰਤੀ ਨੇਤਾ ਵੀ ਘੋਖਦੇ ਰਹੇ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਕ ਪੜਤਾਲੀ ਕਮੇਟੀ ਨਿਯੁਕਤ ਕੀਤੀ ਜਿਸ ਨੇ ਅਕਾਲੀਆਂ ਦੀ ਸ਼ਲਾਘਾ ਕੀਤੀ ਤੇ ਪੁਲਿਸ ਦੀਆਂ ਜ਼ਿਆਦਤੀਆਂ ਦੀ ਨਿੰਦਾ ਕੀਤੀ। ਕਮੇਟੀ ਨੇ ਲਿਖਿਆ, ਸਾਡਾ ਸਭ ਦਾ ਦ੍ਰਿੜ ਤੇ ਅਟੱਲ ਵਿਚਾਰ ਹੈ ਕਿ ਹਰ ਮੌਕੇ ਹੀ ਅਧਿਕ ਸਖਤੀ ਕੀਤੀ ਗਈ ਤੇ ਕਈ ਹਾਲਾਤਾਂ ਵਿੱਚ ਹੀ ਇਹ ਬਹੁਤ ਹੀ ਜ਼ਿਆਦਾ ਹੀ ਸੀ। ਅਸੀਂ ਸਿਆਸੀ ਪੱਖਪਾਤ ਤੋਂ ਨਿਰਲੇਪ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਾਂ ਕਿ ਇਹ ਜ਼ਿਆਦਤੀਆਂ ਪੰਜਾਬ ਸਰਕਾਰ ਲਈ ਬਦਨਾਮੀ ਦਾ ਕਾਰਨ ਹਨ ਤੇ ਕਿਸੇ ਵੀ ਸੱਭਿਆ ਸਰਕਾਰ ਲਈ ਕਲੰਕ। ਇਸ ਕਮੇਟੀ ਵਿੱਚ ਇੱਕ ਅਮਰੀਕਨ ਮਿਸ਼ਨਰੀ ਰੈਵਰੰਡ S.E. ਸਟੋਕਸ ਵੀ ਸ਼ਾਮਿਲ ਸੀ। ਇਸ ਨੇ 100 ਗਵਾਹੀਆਂ ਲਈਆਂ ਤੇ ਆਪਣੀ ਰਿਪੋਰਟ 3 ਜਨਵਰੀ 1924 ਨੂੰ ਸੌਂਪੀ। ਗੁਰੂ ਕਾ ਬਾਗ ਬਾਰੇ ਕਾਂਗਰਸ ਪੜਤਾਲੀਆਂ ਕਮੇਟੀ ਦੀ ਰਿਪੋਰਟ। ਜਦੋਂ C.F. ਐਂਡਰਿਊਜ਼ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਉਹ ਅਕਾਲੀਆਂ ਦੇ ਹਜ਼ਰਤ ਈਸਾ ਜਿਹੇ ਸਾਊ ਵਤੀਰੇ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਉਸ ਨੇ ਲੈਫਟੀਨੈਂਟ ਗਵਰਨਰ ਨੂੰ ਪੁਲਿਸ ਦੀ ਬਰਬਰਤਾ ਤੇ ਵਹਿਸ਼ੀ ਕਾਰਵਾਈ ਤੋਂ ਜਾਣੂ ਕਰਵਾਇਆ ਤੇ ਉਸ ਨੂੰ ਆਪ ਜਾ ਕੇ ਹਾਲਾਤ ਵੇਖਣ ਦੀ ਪ੍ਰੇਰਨਾ ਦਿੱਤੀ। ਸਰ ਐਡਵਰਡ ਮੈਕਲਾਗਨ 13 ਸਤੰਬਰ ਨੂੰ ਗੁਰੂ ਕੇ ਬਾਗ ਪਹੁੰਚਿਆ ਤੇ ਮਾਰ-ਕੁੱਟ ਬੰਦ ਕਰਵਾਈ। 4 ਦਿਨ ਮਗਰੋਂ ਪੁਲਿਸ ਵੀ ਉਸ ਥਾਂ ਤੋਂ ਹਟਾ ਲਈ ਗਈ। ਉਸ ਸਮੇਂ ਤੱਕ 5605 ਅਕਾਲੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਤੇ 936 ਹਸਪਤਾਲ ਵਿੱਚ ਦਾਖਲ ਕੀਤੇ ਗਏ ਸਨ। ਅਕਾਲੀਆਂ ਨੇ ਝਗੜੇ ਵਾਲੀ ਜ਼ਮੀਨ ਸਮੇਤ ਗੁਰਦੁਆਰੇ ਤੇ ਅਧਿਕਾਰ ਕਰ ਲਿਆ। ਗੁਰੂ ਕੇ ਬਾਗ ਦੀ ਜ਼ਮੀਨ ਸਰ ਗੰਗਾ ਰਾਮ ਨਾਮ ਦੇ ਹਿੰਦੂ ਸਮਾਜ ਸੇਵਕ ਨੇ ਖਰੀਦ ਕੇ ਗੁਰਦੁਆਰੇ ਨੂੰ ਸੌਂਪ ਦਿੱਤੀ। ਇਹ ਸਰਕਾਰ ਵੱਲੋਂ ਆਪਣੀ ਇੱਜ਼ਤ ਬਚਾਉਣ ਦਾ ਨਾਟਕ ਸੀ। ਇਹ ਅਕਾਲੀਆਂ ਦੀ ਦੂਸਰੀ ਨਿਰਣਾਇਕ ਤੇ ਸ਼ਾਨਦਾਰ ਜਿੱਤ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਦਸੰਬਰ-ਜਨਵਰੀ ਵਿੱਚ ਆਪਣੇ ਸਾਲਾਨਾ ਇਜਲਾਸ ਸਮੇਂ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਅਕਾਲੀ ਸ਼ਹੀਦਾਂ ਦੀ ਬੇਮਿਸਾਲ ਬਹਾਦਰੀ ਦੇ ਬੜੇ ਮਾਣ ਤੇ ਸ਼ਰਧਾ ਨਾਲ ਸਾਰੀ ਕੌਮ ਦੇ ਲਾਭ ਲਈ ਪੇਸ਼ ਕੀਤੀ ਅਹਿੰਸਾ ਦੀ ਮਹਾਨ ਮਿਸਾਲ ਦਾ ਉਲੇਖ ਕੀਤਾ ਗਿਆ। ਗੁਰੂ ਕੇ ਬਾਗ ਦੇ ਮੋਰਚੇ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਤਨਾ ਉਤੇਜਿਤ ਕੀਤਾ ਕਿ ਇਲਹਾਕ ਤੋਂ ਪਹਿਲਾਂ ਕਦੇ ਵੀ ਸਿੱਖ ਇਤਨੇ ਉਤੇਜਿਤ ਨਹੀਂ ਹੋਏ ਸਨ। ਸਿੱਖਾਂ ਦੇ ਨੇਤਾਵਾਂ ਦੇ ਮੁਕੱਦਮੇ ਵਿੱਚ ਸਿੱਖਾਂ ਨੇ ਡੂੰਘੀ ਦਿਲਚਸਪੀ ਲਈ ਤੇ ਜਦੋਂ ਸਿੱਖਾਂ ਨੂੰ ਸਜ਼ਾ
ਭੁਗਤਣ ਲਈ ਜੇਲ੍ਹਾਂ ਵਿੱਚੋਂ ਲਿਜਾਇਆ ਜਾਂਦਾ ਸੀ, ਰਸਤੇ ਵਿੱਚ ਉਹਨਾਂ ਦਾ ਭਾਰੀ ਹਜੂਮ ਸਵਾਗਤ ਕਰਦੇ। 30 ਅਕਤੂਬਰ 1921 ਨੂੰ ਹਜ਼ਾਰਾਂ ਹੀ ਆਦਮੀ ਤੇ ਇਸਤਰੀਆਂ ਨੌਸ਼ਹਿਰਾ ਜੇਲ੍ਹ ਨੂੰ ਲਿਜਾ ਰਹੇ ਕੈਦੀਆਂ ਨੂੰ ਜਲ, ਪਾਣੀ ਤੇ ਖਾਣਾ ਖੁਆਉਣ ਲਈ ਗੱਡੀਆਂ ਨੂੰ ਰੋਕਣ ਵਾਸਤੇ ਰੇਲ ਪਟੜੀ ਤੇ ਲੇਟ ਗਏ। ਇੰਜਣ ਦੇ ਰੁਕਦਿਆਂ ਰੁਕਦਿਆਂ 2 ਆਦਮੀ ਇੰਜਣ ਹੇਠ ਕੁਚਲੇ ਗਏ। ਆਤੰਕਵਾਦੀ ਬੱਬਰ ਅਕਾਲੀ। ਸਾਰੇ ਸਿੱਖ SGPC ਵੱਲੋਂ ਅਪਣਾਈ ਹੋਈ ਅਹਿੰਸਕ ਨੀਤੀ ਦੇ ਹਿਮਾਇਤੀ ਨਹੀਂ ਸਨ। ਗੁਰੂ ਕੇ ਬਾਗ ਵਿੱਚ ਪੁਲਿਸ ਦੀਆਂ ਜ਼ਿਆਦਤੀਆਂ ਨੇ ਉਹਨਾਂ ਵਿੱਚੋਂ ਕੁਝ ਨੂੰ ਰੂਪੋਸ਼ ਆਤੰਕਵਾਦੀ ਲਹਿਰ ਜਥੇਬੰਦ ਕਰਨ ਲਈ ਪ੍ਰੇਰਿਆ। ਇੱਕ ਅਸਪਸ਼ਟ ਜਿਹਾ ਦਲ ਤਾਂ ਪਹਿਲਾਂ ਹੀ ਬਣ ਗਿਆ ਸੀ। ਮਾਰਚ 1921 ਵਿੱਚ ਜਦੋਂ ਹੁਸ਼ਿਆਰਪੁਰ ਵਿੱਚ ਸਿੱਖ ਵਿੱਦਿਅਕ ਕਾਨਫਰੰਸ ਹੋਈ ਸੀ ਤਾਂ ਖਾੜਕੂਆਂ ਦੇ ਇੱਕ ਦਲ ਨੇ ਨਨਕਾਣਾ ਸਾਕੇ ਦੇ ਜ਼ਿੰਮੇਵਾਰਾਂ ਨੂੰ ਕਤਲ ਕਰਨ ਦਾ ਇਰਾਦਾ ਬਣਾਇਆ। ਕਤਲ ਕਰਨ ਦੀ ਸਾਜ਼ਿਸ਼ ਵਿੱਚ ਉਹਨਾਂ ਨੇ 7 ਨੂੰ ਸਜ਼ਾ ਹੋਈ ਤੇ 5 ਭਗੌੜੇ ਹੋ ਗਏ। ਇਹ ਆਤੰਕਵਾਦੀ ਵਧੇਰੇ ਕਰਕੇ ਗਦਰੀ ਸਨ ਜਾਂ ਛੁੱਟੀ ਤੇ ਆਏ ਹੋਏ ਫੌਜੀ। ਇਸ ਲਹਿਰ ਦੇ 2 ਬਹੁਤ ਸਰਗਰਮ ਮੈਂਬਰ ਵਿੱਚ ਰਿਟਾਇਰਡ ਹਵਾਲਦਾਰ ਮੇਜਰ ਕਿਸ਼ਨ ਸਿੰਘ ਤੇ ਮਾਸਟਰ ਮੋਤਾ ਸਿੰਘ ਸਨ। ਬੱਬਰਾਂ ਨੇ ਹਥਿਆਰ ਲੈਣ ਲਈ ਆਪਣੇ ਪ੍ਰਤੀਨਿਧ ਉੱਤਰ ਪੱਛਮੀ ਸੀਮਾ ਪ੍ਰਾਂਤ ਵਿੱਚ ਤੇ ਭਾਰਤੀ ਰਿਆਸਤਾਂ ਵਿੱਚ ਭੇਜੇ। ਉਹਨਾਂ ਨੇ ਫੌਜੀਆਂ ਨੂੰ ਵੀ ਅਸਲਾਖਾਨਿਆਂ ਤੋਂ ਹਥਿਆਰ ਚੋਰੀ ਕਰਨ ਲਈ ਉਕਸਾਇਆ। ਉਹਨਾਂ ਨੇ 2 ਡੁਪਲੀਕੇਟਰ ਲੈ ਲਏ ਤੇ ਬੱਬਰ ਅਕਾਲੀ ਦੁਆਬਾ ਸੂਚਨਾ ਪੱਤਰ ਕੱਢਣਾ ਸ਼ੁਰੂ ਕੀਤਾ। ਬੱਬਰ ਦੀ ਹਿੰਸਕ ਕਾਰਵਾਈ ਭਾਵੇਂ ਥੋੜ੍ਹੇ ਸਮੇਂ ਲਈ ਸੀ, ਪਰ ਇਹ ਪ੍ਰਬਲ ਤੇ ਪ੍ਰਭਾਵਸ਼ਾਲੀ ਸੀ। ਕੁਝ ਮਹੀਨਿਆਂ ਲਈ ਉਹਨਾਂ ਨੇ ਜਲੰਧਰ ਤੇ ਹੁਸ਼ਿਆਰਪੁਰ ਦੇ ਦੁਆਬੇ ਵਿੱਚ ਦਹਿਸ਼ਤ ਫੈਲਾ ਦਿੱਤੀ। ਪੁਲਿਸ ਮੁਕਾਬਲਿਆਂ ਨੇ ਬੱਬਰਾਂ ਦੀ ਧਾਕ ਬਿਠਾ ਦਿੱਤੀ, ਜਿਨ੍ਹਾਂ ਵਿੱਚੋਂ ਬਹੁਤੇ ਬੱਬਰਾਂ ਨੇ ਆਪਣੀ ਜ਼ਿੰਦਗੀ ਦੀ ਰਤਾ ਪਰਵਾਹ ਨਾ ਕੀਤੀ। 2 ਘਟਨਾਵਾਂ ਦੀ ਮਿਸਾਲ ਜ਼ਿਕਰਯੋਗ ਹੈ। 31 ਅਗਸਤ 1923 4 ਬੱਬਰਾਂ ਨੂੰ ਬੱਬਰ ਅਕਾਲੀ ਦੁਆਬਾ ਦੇ ਕਾਇਮ ਮੁਕਾਮ ਸੰਪਾਦਕ ਕਰਮ ਸਿੰਘ ਦੀ ਅਗਵਾਈ ਵਿੱਚ ਬਬੇਲੀ ਪਿੰਡ ਕੋਲ ਭਾਰੀ ਪੁਲਿਸ ਬਲ ਤੇ ਸ਼ਸਤਰਧਾਰੀ ਫੌਜੀਆਂ ਨੇ ਘੇਰਾ ਪਾ ਲਿਆ। ਬੱਬਰਾਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਉਸ ਝੁੱਗੀ ਨੂੰ ਜਿੱਥੇ ਉਹ ਲੁਕੇ ਹੋਏ ਸਨ ਅੱਗ ਲਾ ਦਿੱਤੀ ਗਈ ਤਾਂ ਉਹ ਨੰਗੀਆਂ ਤਲਵਾਰਾਂ ਲੈ ਕੇ ਬਾਹਰ ਨਿਕਲ ਤੁਰੇ ਤੇ ਪੁਲਿਸ ਉੱਪਰ ਹਮਲਾ ਕਰਦਿਆਂ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ। ਇਸ ਤੋਂ ਵਧੇਰੇ ਨਾਟਕੀ ਵਰਤਾਰਾ ਧੰਨਾ ਸਿੰਘ ਬਹਿਬਲਪੁਰ ਨੇ 25 ਅਕਤੂਬਰ 1923 ਨੂੰ ਕਰ ਵਿਖਾਇਆ। ਉਸ ਨੂੰ ਉਹਦੇ ਇੱਕ ਸਾਥੀ ਨੇ ਹੀ ਧੋਖਾ ਦੇ ਕੇ ਸੁੱਤੇ ਪਏ ਨੂੰ ਰਾਤ ਸਮੇਂ ਪਕੜਵਾ ਦਿੱਤਾ ਸੀ। ਉਸ ਨੇ ਹੱਥਕੜੀਆਂ ਵਿੱਚ ਜਕੜੇ ਹੋਏ ਨੇ ਹੀ ਆਪਣੀ ਕੱਛ ਵਿੱਚ ਲੁਕੋਇਆ ਬੰਬ ਚਲਾ ਦਿੱਤਾ, ਜਿਸ ਨਾਲ ਧੰਨਾ ਸਿੰਘ ਆਪ 9 ਸਿਪਾਹੀ ਤੇ ਇੱਕ ਮੱਝ ਮਾਰੀ ਗਈ। 1923 ਦੀਆਂ ਗਰਮੀਆਂ ਤੱਕ ਹਿੰਸਕ ਲਹਿਰ ਲਗਭਗ ਦਮ ਤੋੜ ਚੁੱਕੀ ਸੀ ਤੇ ਬਹੁਤ ਸਾਰੇ ਬੱਬਰ ਗ੍ਰਿਫਤਾਰ ਕਰ ਲਏ ਗਏ ਸਨ। ਇਹਨਾਂ ਬੱਬਰਾਂ ਤੇ ਮੁਕੱਦਮਾ ਚਲਾਇਆ ਗਿਆ। ਉਹਨਾਂ ਵਿੱਚੋਂ 22 ਵਾਦਾ ਮੁਆਫ ਬਣ ਗਏ। ਉਹਨਾਂ ਉੱਪਰ ਲਾਹੌਰ ਜੇਲ੍ਹ ਵਿੱਚ ਹੀ ਗੁਪਤ ਰੂਪ ਵਿੱਚ ਮੁਕੱਦਮਾ ਚਲਾਇਆ ਗਿਆ, ਜਿਸ ਦੀ ਪ੍ਰਧਾਨਗੀ ਇੱਕ ਅੰਗਰੇਜ਼ ਜੱਜ ਨੇ ਕੀਤੀ। ਕਿਸ਼ਨ ਸਿੰਘ ਸਮੇਤ 6 ਬੱਬਰ ਅਕਾਲੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ 34 ਰਿਹਾ ਕਰ ਦਿੱਤੇ ਗਏ ਤੇ ਬਾਕੀਆਂ ਨੂੰ ਵੱਖ-ਵੱਖ ਮਿਆਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ, ਉਹਨਾਂ ਨੇ ਅਪੀਲ ਕਰਨ ਜਾਂ ਰਹਿਮ ਲਈ ਬੇਨਤੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਫਾਂਸੀ ਲਾ ਦਿੱਤਾ ਗਿਆ। ਆਉਣ ਵਾਲੇ ਸਾਲਾਂ ਵਿੱਚ ਬੱਬਰ ਅਕਾਲੀ ਜੁੱਟ ਨੇ ਕਈ ਮਹੱਤਵਪੂਰਨ ਅਪਰਾਧ ਕੀਤੇ। ਪਟਿਆਲਾ ਰਿਆਸਤ ਦੇ ਇੱਕ ਪਿੰਡ ਵਿੱਚ ਗੁਰੂ ਕੇ ਬਾਗ ਸਮੇਂ ਦੇ ਬਦਨਾਮ SGM BT ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਕਾਰਨ ਇੱਕ ਬੱਬਰ ਨੂੰ ਫਾਂਸੀ ਦੇ ਦਿੱਤੀ ਗਈ। ਬੇਲਾ ਸਿੰਘ ਜਿਆਣ, ਜੋ ਆਪਣੇ ਸਹਿਧਰਮੀਆਂ ਨੂੰ ਕਤਲ ਕਰਕੇ ਤੇ ਧੋਖਾ ਦੇ ਕੇ ਵੈਨਕੂਵਰ ਚੋਂ ਚੋਰੀ ਨੱਠ ਆਇਆ ਸੀ, ਉਸ ਨੂੰ 1933 ਵਿੱਚ ਉਹਦੇ ਪਿੰਡ ਵਿੱਚ ਹੀ ਟੁਕੜੇ-ਟੁਕੜੇ ਕਰਕੇ ਮਾਰ ਦਿੱਤਾ ਗਿਆ। ਸਰਕਾਰ ਤੇ ਅਕਾਲੀਆਂ ਦੋਹਾਂ ਦਾ ਵਤੀਰਾ ਸਖਤ ਹੋ ਗਿਆ। ਅਕਾਲੀਆਂ ਨੇ ਵਧੇਰੇ ਅੜਵਾਈ ਦਿਖਾਈ ਤੇ ਗੁਰਦੁਆਰਿਆਂ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। 17 ਫਰਵਰੀ 1923 ਨੂੰ ਮੁਕਤਸਰ ਦੇ ਇਤਿਹਾਸਿਕ ਗੁਰਦੁਆਰੇ ਤੇ ਕਬਜ਼ਾ ਵਰਣਨਯੋਗ ਸੀ।
ਪੁਲਿਸ ਵੀ ਕੈਦ ਕੀਤੇ ਅਕਾਲੀਆਂ ਪ੍ਰਤੀ ਵਧੇਰੇ ਬੇਰਹਿਮ ਹੋ ਗਈ। ਲੰਮੇ ਕੇਸਾਂ ਤੋਂ ਫੜ ਕੇ ਧੂਣ ਭੁੱਖੇ ਰੱਖ ਕੇ ਕੁੱਟਣ ਦੀਆਂ ਤੇ ਉਹਨਾਂ ਨੂੰ ਸਰਦੀ ਦੀਆਂ ਠੰਡੀਆਂ ਰਾਤਾਂ ਵਿੱਚ ਬਾਹਰ ਸੌਣ ਲਈ ਮਜਬੂਰ ਕਰਨ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਪੰਜਾਬ ਕੌਂਸਲ ਦੇ 2 ਮੈਂਬਰਾਂ ਰਾਜਾ ਨਰਿੰਦਰ ਨਾਥ ਤੇ ਸੇਵਕ ਰਾਮ ਨੇ ਅਟਕ ਜੇਲ੍ਹ ਦੀ ਸਥਿਤੀ ਦੀ ਪੜਤਾਲ ਕੀਤੀ। 28 ਤੋਂ ਵਧੇਕ ਅਕਾਲੀ ਨਮੂਨੀਆ, ਦਮਾ ਤੇ ਸਾਹ ਨਾਲੀ ਦੀ ਸੋਜਸ਼ ਦੇ ਰੋਗਾਂ ਵਿੱਚ ਫਸੇ ਹਸਪਤਾਲ ਵਿੱਚ ਦਾਖਲ ਸਨ। ਆਪਣੇ ਸਾਥੀ ਅਕਾਲੀਆਂ ਨਾਲ ਭੈੜੇ ਸਲੂਕ ਤੇ ਗੈਰ ਸਿੱਖਾਂ ਉੱਪਰ ਟੋਪੀ ਤੇ ਲਾਠੀ ਉੱਪਰ ਲਾਈ ਪਾਬੰਦੀ ਦੇ ਵਿਰੋਧ ਵਿੱਚ ਬਾਬਾ ਖੜਕ ਸਿੰਘ ਨੇ, ਜੋ 4 ਸਾਲ ਲਈ ਥਾਂ ਮੁਸ਼ੱਕਤ ਕੈਦ ਭੁਗਤ ਰਿਹਾ ਸੀ, ਅਤੀ ਸਰਦੀ ਵਿੱਚ ਕੱਛ ਤੋਂ ਬਿਨਾਂ ਕੋਈ ਵੀ ਚੀਜ਼ ਸਰੀਰ ਤੇ ਪਹਿਨਣ ਤੋਂ ਨਾਂਹ ਕਰ ਦਿੱਤੀ। ਉਸ ਨੂੰ 6 ਮਹੀਨੇ ਇਕੱਲੇ ਨੂੰ ਹੀ ਜੇਲ੍ਹ ਵਿੱਚ ਡੱਕੀ ਰੱਖਿਆ। ਲੈਜਿਸਲੇਟਿਵ ਕੌਂਸਲ ਵਿੱਚ ਅਕਾਲੀ ਕੈਦੀਆਂ ਦੀ ਰਿਹਾਈ ਲਈ ਮਤਾ ਪੇਸ਼ ਕੀਤਾ ਗਿਆ ਤੇ ਇਸ ਨੂੰ ਹਿੰਦੂ ਤੇ ਮੁਸਲਮਾਨ ਗੈਰ ਸਰਕਾਰੀ ਮੈਂਬਰਾਂ ਦੀ ਸਹਾਇਤਾ ਨਾਲ ਪਾਸ ਕਰ ਦਿੱਤਾ ਗਿਆ। ਸਰਕਾਰੀ ਬੁਲਾਰੇ ਨੇ ਇਹ ਦੱਸਿਆ ਕਿ ਮਾਰਚ 1923 ਵਿੱਚ ਹਿੰਦੂ ਮੁਸਲਮਾਨ ਸੰਪਰਦਾਇਕ ਫਸਾਦਾਂ ਵਿੱਚ ਅਕਾਲੀਆਂ ਨੇ ਫੌਜੀ ਸਹਾਇਤਾ ਆਉਣ ਤੋਂ ਪਹਿਲਾਂ ਅਮਨ ਕਾਨੂੰਨ ਕਾਇਮ ਰੱਖਣ ਵਿੱਚ ਬੜੀ ਸਹਾਇਤਾ ਕੀਤੀ। ਇਸ ਸੇਵਾ ਕਾਰਨ ਲੈਫਟੀਨੈਂਟ ਗਵਰਨਰ ਨੇ ਅਗਸਤ-ਸਤੰਬਰ ਵਿੱਚ ਗੁਰੂ ਕਾ ਬਾਗ ਵਿੱਚ ਗ੍ਰਿਫਤਾਰ ਕੀਤੇ ਗਏ 1000 ਤੋਂ ਵੱਧ ਅਕਾਲੀਆਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ। ਇਸ ਜਿੱਤ ਦੇ ਅਹਿਸਾਸ ਨਾਲ ਅਕਾਲੀਆਂ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ। ਇਹ ਕਾਰਜ ਜੋ ਹਰ 2-3 ਦਹਾਕਿਆਂ ਪਿੱਛੋਂ ਲੱਖਾਂ ਤੀਰਥ ਯਾਤਰੀਆਂ ਦੇ ਇਸ਼ਨਾਨ ਕਰਨ ਕਰਕੇ ਪਿੱਛੋਂ ਇਕੱਠੀ ਹੋਈ ਗਾਰ ਜਾਂ ਤਲਛਟ ਨੂੰ ਬਾਹਰ ਕੱਢਣ ਲਈ ਕੀਤਾ ਜਾਂਦਾ ਹੈ, ਪੂਰਾ ਕਰਨ ਵਿੱਚ 1 ਮਹੀਨਾ ਲੱਗਾ। ਇਸ ਸਮੇਂ ਭਾਰਤ ਅਤੇ ਵਿਦੇਸ਼ਾਂ ਵਿੱਚ ਲੱਖਾਂ ਸਿੱਖ ਅੰਮ੍ਰਿਤਸਰ ਆਏ। ਸਰਕਾਰ ਵਿਰੁੱਧ ਆਪਣੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਅਕਾਲੀਆਂ ਨੇ ਪੂਰਾ ਲਾਭ ਉਠਾਇਆ। ਇਹ ਆਮ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਬਾਜ ਜੋ ਕਦੇ-ਕਦੇ ਸਵਰਨ ਮੰਦਰ ਦੇ ਕੇਂਦਰੀ ਕਲਸ਼ ਤੇ ਬੈਠਦਾ ਸੀ, ਗੁਰੂ ਗੋਬਿੰਦ ਸਿੰਘ ਦਾ ਕਾਸ਼ਤ ਸੀ। ਇਸ ਦੰਦ ਕਥਾ ਨੇ ਲੋਕਾਂ ਵਿੱਚ ਜੋਸ਼ ਭਰ ਦਿੱਤਾ ਤੇ ਅਕਾਲੀਆਂ ਦੀ ਲੋਕਪ੍ਰਿਯਤਾ ਵਿੱਚ ਵਾਧਾ ਕਰ ਦਿੱਤਾ, ਜਿਨ੍ਹਾਂ ਦੀਆਂ ਗਤੀਵਿਧੀਆਂ ਨਾਲ ਇਹ ਕਰਾਮਾਤ ਵੀ ਜੁੜ ਗਈ। ਉਹ ਆਪਣੇ ਆਪ ਨੂੰ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਸਮਝਣ ਲੱਗੇ। SGPC ਦਾ ਫੈਸਲਾ ਗੁਰੂ ਕਾ ਫਰਮਾਨ ਬਣ ਗਿਆ। ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਸੈਂਟਰਲ ਸਿੱਖ ਲੀਗ ਨੇ ਜਲਿਆਂਵਾਲਾ ਬਾਗ ਵਿੱਚ ਆਪਣਾ ਸਮਾਗਮ ਕੀਤਾ। ਇਸ ਇਜਲਾਸ ਵਿੱਚ ਇਹ ਅਫਵਾਹ ਫੈਲ ਗਈ ਕਿ ਭਾਰਤ ਸਰਕਾਰ ਨਾਭਾ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਉਤਾਰਨਾ ਚਾਹੁੰਦੀ ਹੈ। ਕੁਝ ਦਿਨ ਮਗਰੋਂ ਇਹ ਐਲਾਨ ਹੋ ਗਿਆ ਕਿ ਮਹਾਰਾਜੇ ਨੇ ਰਾਜ ਅਧਿਕਾਰ ਤਿਆਗ ਦਿੱਤਾ ਹੈ। ਜੈਤੋ ਮਹਾਰਾਜਾ ਨਾਭਾ ਦਾ ਝਗੜਾ ਭਾਰਤ ਸਰਕਾਰ ਨਾਲ ਨਹੀਂ, ਮਹਾਰਾਜਾ ਪਟਿਆਲੇ ਨਾਲ ਸੀ, ਪਰ ਉਸ ਨੇ ਆਪਣੇ ਧਰਮ ਦੇ ਮਾਮਲਿਆਂ ਵਿੱਚ ਦਿਲਚਸਪੀ ਲਈ ਸੀ ਤੇ ਸਰਕਾਰ ਉਹਦੀ ਰਾਸ਼ਟਰੀ ਤੇ ਅਕਾਲੀ ਲਹਿਰਾਂ ਨਾਲ ਹਮਦਰਦੀ ਤੋਂ ਵਾਕਿਫ ਸੀ। ਸ਼੍ਰੋਮਣੀ ਕਮੇਟੀ ਨੂੰ ਹਜ਼ਾਰਾਂ ਤਾਰਾਂ ਮਿਲੀਆਂ, ਜਿਸ ਵਿੱਚ ਨਾਭਾ ਮਾਮਲੇ ਦੀ ਪੂਰੀ ਪੜਤਾਲ ਦੀ ਮੰਗ ਕੀਤੀ ਗਈ। ਕਮੇਟੀ ਨੇ ਇਸ ਸਬੰਧ ਵਿੱਚ ਵਾਇਸਰਾਏ ਨੂੰ ਤਾਰ ਭੇਜੀ। ਮਹਾਰਾਜਾ ਨਾਭਾ ਦੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਡੂੰਘੀ ਹਮਦਰਦੀ ਸੀ ਤੇ ਉਸ ਨੇ ਰਿਕਾਬਗੰਜ ਗੁਰਦੁਆਰੇ ਦੀ ਕੰਧ ਦੇ ਮਾਮਲੇ ਵਿੱਚ ਅੰਦੋਲਨ ਸਮੇਂ ਕਾਫੀ ਸੇਵਾ ਤੇ ਸਹਾਇਤਾ ਕੀਤੀ ਸੀ। ਸਰਕਾਰ ਨੇ ਝਗੜੇ ਦੀ ਪੜਤਾਲ ਲਈ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਟੀਵਾਰਟ ਨੂੰ ਨਿਯੁਕਤ ਕਰ ਦਿੱਤਾ। ਉਸ ਦੀ ਪੜਤਾਲ ਮਹਾਰਾਜਾ ਨਾਭੇ ਦੇ ਵਿਰੁੱਧ ਸੀ। ਜਸਟਿਸ ਸਟੀਵਾਰਟ ਨੇ 3 ਜਨਵਰੀ ਤੋਂ 2 ਮਈ 1923 ਤੱਕ ਅੰਬਾਲਾ ਵਿੱਚ ਪੜਤਾਲ ਕੀਤੀ। ਉਸ ਦੀ ਪੜਤਾਲ ਨੂੰ ਆਮ ਲੋਕਾਂ ਤੋਂ ਗੁਪਤ ਰੱਖਿਆ ਗਿਆ। ਸਿਰਫ ਸਰਕਾਰ ਨੂੰ ਤੇ ਸੰਬੰਧਿਤ ਧਿਰਾਂ ਨੂੰ ਹੀ ਪੜਤਾਲ ਦੀਆਂ ਪਰਤਾਂ ਦਿੱਤੀਆਂ ਗਈਆਂ। ਇੱਕ ਮਹਾਰਾਜੇ ਵੱਲੋਂ ਦੂਸਰੇ ਮਹਾਰਾਜਾਂ ਬਾਰੇ ਦੋਸ਼ਾਂ ਤੇ ਪ੍ਰਤੀਦੋਸ਼ਾਂ ਦੀ ਪੂਰੀ ਜਾਣਕਾਰੀ ਉਸ ਸਮੇਂ ਹੀ ਦਿੱਤੀ ਗਈ ਜਦੋਂ ਅਕਾਲੀਆਂ ਨੇ ਤੇ ਉਹਨਾਂ ਦੇ ਮਗਰ ਹੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਰਿਪੁਦਮਨ ਸਿੰਘ ਨੂੰ ਰਸਮੀ ਤੌਰ ਤੇ ਸਮਰਥਨ ਦੇਣ ਦੀ ਪ੍ਰਤਿੱਗਿਆ ਕੀਤੀ। 1 ਜੂਨ 1923 ਨੂੰ ਅੰਮ੍ਰਿਤਸਰ ਵਿੱਚ ਸੈਂਟਰਲ ਸਿੱਖ ਲੀਗ ਦੇ ਇੱਕ ਸਮਾਗਮ ਵਿੱਚ ਇਸ ਦੇ ਪ੍ਰਧਾਨ ਸੁੰਦਰ ਸਿੰਘ ਲਾਇਲਪੁਰੀ ਨੇ ਨਾਭੇ ਦੀ
हिमायत करदिਆਂ ਹੋਇਆਂ ਇਹ ਗੱਲ ਮੰਨੀ ਕਿ ਦੋਵੇਂ ਮਹਾਰਾਜੇ ਬਦਨਾਮ ਸਨ। ਇੰਡੀਅਨ ਨੈਸ਼ਨਲ ਕਾਂਗਰਸ ਦੇ ਦਸੰਬਰ 1923 ਦੇ ਸਮਾਗਮ ਵਿੱਚ ਕੋਕਾਨਾਡਾ ਵਿਖੇ ਇਸ ਦੇ ਪ੍ਰਧਾਨ ਮੌਲਾਨਾ ਮੁਹੰਮਦ ਅਲੀ ਨੇ ਕਿਹਾ, ਸਾਨੂੰ ਮਹਾਰਾਜੇ ਨਾਲ ਕੋਈ ਹਮਦਰਦੀ ਨਹੀਂ, ਪਰ ਇਹ ਗੱਲ ਪੱਕੀ ਹੈ ਜੋ ਵੀ ਉਹਦੇ ਆਲੋਚਕ ਕਹਿੰਦੇ ਹਨ ਸੱਚ ਵੀ ਹੋਵੇ ਤਦ ਹੀ ਉਸ ਨੂੰ ਉਹਦੇ ਅਗੁਣਾ ਕਰਕੇ ਨਹੀਂ ਸਗੋਂ ਉਹਦੇ ਗੁਣਾ ਕਰਕੇ ਗੱਦੀ ਤੋਂ ਲਾਹਿਆ ਗਿਆ ਹੈ। ਅਕਾਲੀਆਂ ਨੇ ਨਾਭਾ ਦੇ ਮਾਮਲੇ ਬਾਰੇ ਆਪਣਾ ਪੱਖ ਇੱਕ ਕਿਤਾਬਚੀ ਨਾਭੇ ਬਾਰੇ ਸੱਚ ਵਿੱਚ ਛਾਪਿਆ ਤੇ ਕਿਹਾ ਕਿ ਨਾਭੇ ਪ੍ਰਤੀ ਸਰਕਾਰ ਦੀ ਦੁਸ਼ਮਣੀ ਉਹਦੇ ਮਹਾਰਾਜਾ ਰਿਪੂ ਦਮਨ ਸਿੰਘ ਦੀ ਕੌਮੀ ਨੇਤਾਵਾਂ ਨਾਲ ਸਬੰਧਾਂ ਕਰਕੇ ਸੀ। ਭੁਪਿੰਦਰ ਸਿੰਘ ਪਟਿਆਲਾ, ਜਿਸ ਦੀ ਮ੍ਰਿਤਿੂ 1937 ਵਿੱਚ ਹੋਈ ਸੀ, ਦਾ ਨਾਮ ਇਸਤਰੀਆਂ ਪ੍ਰਤੀ ਉਹਦੀ ਅਮੁੱਖ ਭੁੱਲ ਤੇ ਲਾਲਸਾ ਸੀ। ਨਾਭੇ ਦਾ ਰਿਪੂ ਦਮਨ ਸਿੰਘ ਵੀ ਸੰਤ ਨਹੀਂ ਸੀ। ਬਹੁਤ ਸਾਰੇ ਇਲਜ਼ਾਮਾਂ ਤੇ ਜਵਾਬੀ ਇਲਜ਼ਾਮਾਂ 'ਚੋਂ ਇੱਕ ਦਾ ਲਾਲ ਸਿੰਘ ਦੇ ਕਤਲ ਨਾਲ ਤੇ ਦੂਸਰੇ ਦਾ ਈਸ਼ਰ ਕੌਰ ਨਾਂ ਦੀ ਤੀਵੀਂ ਦੇ ਗੁੰਮ ਹੋ ਜਾਣ ਨਾਲ ਸੰਬੰਧ ਸੀ। ਪੋਲੀਟੀਕਲ ਏਜੰਟ ਨੇ ਰਿਪੂ ਦਮਨ ਸਿੰਘ ਨੂੰ ਆਪਣੇ ਨਾਬਾਲਗ ਪੁੱਤਰ ਦੇ ਹੱਕ ਵਿੱਚ ਗੱਦੀ ਤਿਆਗ ਦੇਣ ਲਈ ਮਨਾ ਲਿਆ। SGPC ਨੇ ਸਿੱਖਾਂ ਨੂੰ 9 ਸਤੰਬਰ 1923 ਨੂੰ ਨਾਭਾ ਦਿਵਸ ਮਨਾਉਣ ਦੀ ਪ੍ਰੇਰਨਾ ਦੇਣ ਲਈ ਇੱਕ ਮਤਾ ਪਾਸ ਕਰ ਦਿੱਤਾ। ਨਾਭਾ ਦੇ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਗ੍ਰੰਥ ਦੇ ਅਖੰਡ ਪਾਠਾਂ ਦਾ ਆਯੋਜਨ ਕੀਤਾ। ਇੱਕ ਅਜਿਹੇ ਅਖੰਡ ਪਾਠ ਵਿੱਚ ਜੋ ਜੈਤੋ ਪਿੰਡ ਦੇ ਗੁਰਦੁਆਰਾ ਗੰਗਸਰ ਵਿੱਚ ਰਖਵਾਇਆ ਗਿਆ ਸੀ, ਪੁਲਿਸ ਨੇ ਰੋਕ ਪਾ ਦਿੱਤੀ। ਇੱਕ ਨਵਾਂ ਮੋਰਚਾ ਲਾ ਦਿੱਤਾ ਗਿਆ। ਜੈਤੋ ਵਿੱਚ ਹਰ ਰੋਜ਼ ਅਮਨ ਪਸੰਦ ਸੱਤਿਆਗ੍ਰਹਿ ਕਰਨ ਲਈ ਜਥੇ ਪਹੁੰਚਣੇ ਸ਼ੁਰੂ ਹੋ ਗਏ। ਸਰਕਾਰ ਨੇ ਵੀ ਚੁਣੌਤੀ ਪ੍ਰਵਾਨ ਕਰ ਲਈ। SGPC ਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਤੇ 59 ਅਕਾਲੀ ਨੇਤਾ ਗ੍ਰਿਫਤਾਰ ਕਰ ਲਏ ਗਏ। ਉਨ੍ਹਾਂ ਵਿੱਚ ਮਹਿਤਾਬ ਸਿੰਘ, ਤੇਜਾ ਸਿੰਘ ਸਮੁੰਦਰੀ, ਤੇਜਾ ਸਿੰਘ ਅਕਰਪੁਰੀ, ਭਗਤ ਜਸਵੰਤ ਸਿੰਘ, ਮਾਸਟਰ ਤਾਰਾ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਗਿਆਨੀ ਸ਼ੇਰ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਪ੍ਰੋਫੈਸਰ ਨਿਰੰਜਨ ਸਿੰਘ, ਸਰਮੁਖ ਸਿੰਘ ਝਬਾਲ, ਸੋਹਣ ਸਿੰਘ ਜੋਸ਼, ਗੋਪਾਲ ਸਿੰਘ ਕੌਮੀ ਤੇ ਸੇਵਾ ਸਿੰਘ ਠੀਕਰੀਵਾਲਾ ਸ਼ਾਮਿਲ ਸਨ। ਇਸ ਮੁਕੱਦਮੇ ਦਾ ਸਿੱਖ ਰਾਜਨੀਤੀ ਉੱਪਰ ਭਵਿੱਖ ਵਿੱਚ ਬੜਾ ਨਿਰਣਾਇਕ ਤੇ ਮਹੱਤਵਪੂਰਨ ਪ੍ਰਭਾਵ ਪਿਆ। ਇਹ ਮੁਕੱਦਮਾ 2-3 ਮਹੀਨੇ ਬਿਨਾਂ ਕਿਸੇ ਸਿੱਟੇ ਦੇ ਚੱਲਿਆ। ਉਨ੍ਹਾਂ ਉੱਪਰ ਬਾਦਸ਼ਾਹ ਵਿਰੁੱਧ ਜੰਗ ਛੇੜਨ ਦਾ ਦੋਸ਼ ਲਾਇਆ ਗਿਆ ਤੇ ਮੁਕੱਦਮੇ ਲਈ ਲਾਹੌਰ ਭੇਜ ਦਿੱਤੇ ਗਏ। ਸਾਰੇ ਚੋਟੀ ਦੇ ਨੇਤਾਵਾਂ ਦੀ ਕੈਦ ਨਾਲ ਨਾਭਾ ਅੰਦੋਲਨ ਕੁਚਲਿਆ ਨਾ ਜਾ ਸਕਿਆ, ਸਗੋਂ ਇਹ ਸਹੀ ਅਰਥਾਂ ਵਿੱਚ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਗਿਆ। ਜੈਤੋ ਜਾਣ ਵਾਲੇ ਜਥੇ ਦਾ ਆਕਾਰ 25 ਤੋਂ ਵੱਧ ਕੇ 100 ਤੋਂ 500 ਤੱਕ ਹੋ ਗਿਆ। ਉਹ ਪੰਜਾਬ ਦੇ ਸਾਰੇ ਭਾਗਾਂ ਤੋਂ ਆਉਂਦੇ ਸਨ ਤੇ ਜਿਨ੍ਹਾਂ ਪਿੰਡਾਂ ਵਿੱਚੋਂ ਦੀ ਜਥੇ ਲੰਘਦੇ ਸਨ, ਸਭ ਸਿੱਖ, ਹਿੰਦੂ ਤੇ ਮੁਸਲਮਾਨ ਉਹਨਾਂ ਦੀ ਸੇਵਾ ਕਰਦੇ, ਸਵਾਗਤ ਵਿੱਚ ਹਾਰ ਪਾਉਂਦੇ ਤੇ ਸ਼ੁਭ ਇੱਛਾਵਾਂ ਦਿੰਦੇ। ਇਸ ਮੋਰਚੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰੀ ਹਮਦਰਦੀ ਦਿਖਾਈ ਤੇ ਜੈਤੋ ਮੋਰਚੇ ਵਿੱਚ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਜਵਾਹਰ ਲਾਲ ਵੀ ਸ਼ਾਮਿਲ ਸੀ। ਜਦੋਂ ਜੈਤੋ ਮੋਰਚਾ ਚੱਲ ਰਿਹਾ ਸੀ ਤਾਂ ਉਸ ਸਮੇਂ ਲਾਹੌਰ ਵਿੱਚ ਭਾਈ ਫੇਰੂ ਵਿਖੇ ਮੋਰਚਾ ਲਾ ਦਿੱਤਾ ਗਿਆ, ਜਿੱਥੇ ਮਹੰਤ ਅਕਾਲੀਆਂ ਨਾਲ ਕੀਤੇ ਹੋਏ ਸਮਝੌਤੇ ਤੋਂ ਮੁਕਰ ਗਿਆ ਸੀ ਤੇ ਉਸ ਨੇ ਅਕਾਲੀਆਂ ਤੇ ਨਜਾਇਜ਼ ਪ੍ਰਵੇਸ਼ ਦਾ ਇਲਜ਼ਾਮ ਲਾ ਦਿੱਤਾ ਸੀ। ਭਾਈ ਫੇਰੂ ਹਰ ਰੋਜ਼ 25 ਅਕਾਲੀ ਗ੍ਰਿਫਤਾਰੀ ਦੇਣ ਲਈ ਜਾਣ ਲੱਗੇ। ਲਗਾਤਾਰ ਸ਼ਾਂਤਮਈ ਸੱਤਿਆਗ੍ਰਹਿ ਕਰਨ ਵਾਲੇ ਅਕਾਲੀਆਂ ਦੇ ਜੈਤੋ ਤੇ ਭਾਈ ਫੇਰੂ ਪਹੁੰਚਦੇ ਰਹਿਣ ਤੇ ਸਰਕਾਰ ਬਹੁਤ ਕ੍ਰੋਧਿਤ ਹੋ ਉੱਠੀ ਤੇ ਇਹ ਲਹਿਰ ਨੂੰ ਕੁਚਲ ਦੇਣ ਲਈ ਖਤਰਨਾਕ ਤੇ ਭਿਆਨਕ ਯਤਨ ਸ਼ੁਰੂ ਕਰ ਦਿੱਤੇ। ਜਨਵਰੀ 1924 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਦੀ ਪੁਲਿਸ ਨੇ ਅਕਾਲ ਤਖ਼ਤ ਤੇ ਧਾਵਾ ਬੋਲਿਆ, SGPC ਦੇ ਦਸਤਾਵੇਜ਼ ਫੜ ਲਏ ਤੇ 62 ਹੋਰ ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਵੱਲੋਂ ਉਠਾਏ ਗਏ ਕਦਮਾਂ ਕਾਰਨ ਨਾਭਾ ਰਿਆਸਤ ਦੇ ਅਧਿਕਾਰੀਆਂ ਨੂੰ ਹੋਰ ਉਤਸ਼ਾਹ ਮਿਲ ਗਿਆ ਤੇ ਉਹਨਾਂ ਹੋਰ ਸਖਤੀ ਕਰ ਦਿੱਤੀ। ਅੰਗਰੇਜ਼ ਪ੍ਰਬੰਧਕ ਨੇ ਨਾਭਾ ਰਿਆਸਤ ਦੇ ਅਕਾਲੀਆਂ ਦੀ ਜਾਇਦਾਦ ਜ਼ਬਤ ਕਰ ਲੈਣ ਦੇ ਹੁਕਮ ਜਾਰੀ ਕਰ ਦਿੱਤੇ। ਕਈ ਹਜ਼ਾਰ ਲੋਕਾਂ ਨੂੰ ਪਿੰਡਾਂ ਵਿੱਚ ਜੂਹ ਬੰਦ ਕਰ ਦਿੱਤਾ ਤੇ ਜੈਤੋ ਆ ਰਹੇ ਜਥਿਆਂ ਉੱਪਰ ਵਧੇਰੇ ਸਖਤੀ
ਕਰਨ ਦੇ ਹੁਕਮ ਦੇ ਦਿੱਤੇ। 21 ਫਰਵਰੀ 1924 ਨੂੰ 500 ਅਕਾਲੀਆਂ ਦਾ ਇੱਕ ਜੱਥਾ ਜੈਤੋ ਪਹੁੰਚਿਆ ਤੇ ਉਸ ਦੇ ਅਧਿਕਾਰੀਆਂ ਵੱਲੋਂ ਚਲੇ ਜਾਣ ਲਈ ਕਹਿਣ ਤੋਂ ਇਨਕਾਰ ਕਰਨ ਪਿੱਛੋਂ ਗੋਲੀ ਚਲਾਏ ਜਾਣ ਨਾਲ ਕਾਫੀ ਜਾਨੀ ਨੁਕਸਾਨ ਹੋਇਆ। ਸਰਕਾਰੀ ਪੱਖ ਤੇ ਵੇਰਵੇ ਅਨੁਸਾਰ 21 ਆਦਮੀ ਮਾਰੇ ਗਏ ਤੇ 33 ਜ਼ਖਮੀ ਹੋ ਗਏ। ਅਕਾਲੀਆਂ ਅਨੁਸਾਰ 100 ਤੋਂ ਵੱਧ ਲੋਕ ਮਰੇ ਤੇ ਜ਼ਖਮੀਆਂ ਦੀ ਗਿਣਤੀ 200 ਤੋਂ ਵੱਧ ਸੀ। ਲੋਕਾਂ ਦੇ ਦਬਾਅ ਕਾਰਨ ਸਰਕਾਰ ਨੂੰ ਜੈਤੋ ਦੇ ਗੋਲੀकांड ਦੀ ਪੜਤਾਲ ਕਰਾਉਣ ਲਈ ਮਜਬੂਰ ਹੋਣਾ ਪਿਆ। ਪ੍ਰਾਂਤਕ ਸਿਵਲ ਸੇਵਾ ਦੇ ਅਧੀਨ ਮੈਜਿਸਟ੍ਰੇਟ ਨੇ ਪੁਲਿਸ ਨੂੰ ਜ਼ਿਆਦਤੀ ਵਰਤਣ ਦੇ ਦੋਸ਼ ਤੋਂ ਮੁਕਤ ਕਰ ਦਿੱਤਾ। ਭਾਵੇਂ ਅਕਾਲੀਆਂ ਵੱਲੋਂ ਮ੍ਰਿਤਕ ਤੇ ਜ਼ਖਮੀਆਂ ਦੀ ਗਿਣਤੀ ਵਿੱਚ ਅਤਕਥਨੀ ਸੀ, ਪਰ ਉਹਨਾਂ ਦਾ ਇਹ ਕਹਿਣਾ ਸਹੀ ਸੀ ਕਿ ਪੁਲਿਸ ਨੇ ਬਿਨਾਂ ਭੜਕਾਹਟ ਦੇ ਗੋਲੀ ਚਲਾਈ। ਇਸ ਦੀ ਪ੍ਰੌੜਤਾ ਪ੍ਰੋਫੈਸਰ ਗਿਡਵਾਨੀ ਤੇ ਡਾਕਟਰ ਕਿਚਲੂ, ਜੋ ਉਸ ਸਮੇਂ ਫੜੇ ਗਏ ਸਨ, ਤੇ ਇੱਕ ਸੁਤੰਤਰ ਗਵਾਹ ਮਿਸਟਰ ਜਿਮੰਡ, ਜੋ ਨਿਊਯਾਰਕ ਟਾਈਮਜ਼ ਦਾ ਪੱਤਰ ਪ੍ਰੇਰਕ ਸੀ, ਨੇ ਵੀ ਕੀਤੀ। 9 ਫਰਵਰੀ 1924 ਮਹਾਤਮਾ ਗਾਂਧੀ ਨੂੰ ਲਿਖੇ ਪੱਤਰ ਵਿੱਚ ਮਿਸਟਰ ਜਿਮਾਂਡ ਨੇ ਲਿਖਿਆ, ਮੈਂ ਹਰ ਮੌਕੇ ਤੇ ਜਥੇ ਤੇ ਹਜੂਮ ਨੂੰ ਵੇਖਿਆ। ਮੈਂ ਜਥੇ ਜਾਂ ਹਜੂਮ ਵਿੱਚ ਕਿਸੇ ਇੱਕ ਵਿਅਕਤੀ ਕੋਲ ਇੱਕ ਵੀ ਬੰਦੂਕ ਨਹੀਂ ਵੇਖੀ ਸੀ। ਜਥੇ ਦੇ ਮੈਂਬਰਾਂ ਨੇ ਕਿਰਪਾਨਾਂ ਪਹਿਨੀਆਂ ਹੋਈਆਂ ਸਨ ਤੇ ਭੀੜ ਕੋਲ ਲਾਠੀਆਂ ਸਨ। ਜਿੱਥੋਂ ਤੱਕ ਮੈਨੂੰ ਪਤਾ ਹੈ, ਕਿਸੇ ਕੋਲ ਕੋਈ ਹਥਿਆਰ ਨਹੀਂ ਸੀ। ਇਸ ਗੋਲੀकांड ਨਾਲ ਸਾਰੇ ਭਾਰਤ ਵਿੱਚ ਅਕਾਲੀਆਂ ਨਾਲ ਹਮਦਰਦੀ ਹੋ ਗਈ ਤੇ ਸਿੱਖ ਆਜ਼ਾਦੀ ਲਹਿਰ ਵੱਲ ਖਿੱਚੇ ਗਏ। ਸਰਕਾਰ ਨੇ ਅਕਾਲੀਆਂ ਨੂੰ ਅਲੱਗ-ਥਲੱਗ ਕਰਨ ਲਈ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਕਿ ਉਹ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨ ਦੀ ਇੱਛਾ ਰੱਖਦੇ ਹਨ। ਇਸ ਦਾ ਉਲਟ ਅਸਰ ਹੋਇਆ। ਜਿਹੜੇ ਸਿੱਖ ਇਸ ਲਹਿਰ ਤੋਂ ਨਿਰਲੇਪ ਸਨ, ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਉਹਨਾਂ ਦਾ ਕਰਤੱਵ ਬਣਦਾ ਹੈ ਕਿ ਉਹ ਵੀ ਉਸ ਲਹਿਰ ਦਾ ਸਮਰਥਨ ਕਰਨ ਜੋ ਸਿੱਖ ਰਾਜ ਦੀ ਪੁਨਰ ਸਥਾਪਤੀ ਦੀ ਇੱਛੁਕ ਹੈ। ਕਿਉਂਕਿ ਸਰਕਾਰ ਦੇ ਦੋਸ਼ ਵਿੱਚ ਕੋਈ ਸੱਚਾਈ ਨਹੀਂ ਸੀ, ਸਿੱਖ ਨੇਤਾ ਤੇ ਕਾਂਗਰਸ ਸਰਕਾਰ ਉੱਪਰ ਛਲ ਕਪਟ ਦਾ ਦੋਸ਼ ਲਾਉਣ ਵਿੱਚ ਸਫਲ ਹੋ ਗਏ। ਇਸ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਜਥੇ ਜੇਤੂ ਅੰਦਾਜ਼ ਵਿੱਚ ਅੰਮ੍ਰਿਤਸਰ ਪਹੁੰਚਦੇ ਰਹੇ ਤੇ ਉੱਥੋਂ ਜੈਤੋ ਤੇ ਭਾਈ ਫੇਰੂ ਜਾਂਦੇ ਰਹੇ। ਸਿੱਖ ਗੁਰਦੁਆਰਾ ਕਾਨੂੰਨ। ਫੌਜੀਆਂ ਵਿੱਚ ਅਕਾਲੀਆਂ ਪ੍ਰਤੀ ਹਮਦਰਦੀ ਤੋਂ ਫੌਜੀ ਅਧਿਕਾਰੀ ਬਹੁਤ ਚਿੰਤਿਤ ਸਨ। ਮਾਰਚ 1924 ਵਿੱਚ ਜਨਰਲ ਸਰ ਬਰਡਫੁੱਟ ਨੇ ਅਕਾਲੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਉਸ ਸਮੇਂ ਅਕਾਲੀਆਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੈਤੋ ਮੋਰਚਾ ਰਿਪੂਦਮਨ ਸਿੰਘ ਦੀ ਬਰਖਾਸਤੀ ਵਿਰੁੱਧ ਨਹੀਂ, ਸਗੋਂ ਇਹ ਤਾਂ ਕਿਸੇ ਬਾਹਰੀ ਦਖਲ ਅੰਦਾਜ਼ੀ ਬਿਨਾਂ ਆਪਣੇ ਗੁਰਦੁਆਰਿਆਂ ਵਿੱਚ ਆਪਣੀਆਂ ਧਾਰਮਿਕ ਰੀਤੀਆਂ ਨੂੰ ਨਿਭਾਉਣ ਦੇ ਹੱਕ ਨੂੰ ਦ੍ਰਿੜ ਕਰਵਾਉਣ ਤੇ ਦਾਅਵੇ ਨੂੰ ਪ੍ਰਸਤੁਤ ਕਰਨ ਲਈ ਸੀ। ਐਲਾਨ ਨੰਬਰ 1541 ਅਨੁਸਾਰ ਚੀਫ ਖਾਲਸਾ ਦੀਵਾਨ ਹੁਣ ਇਸ ਵਿਚਾਰ ਦਾ ਹੋ ਗਿਆ ਕਿ ਅਕਾਲੀ ਸਿਆਸੀ ਲਾਭਾਂ ਕਾਰਨ ਮੋਰਚੇ ਨੂੰ ਜਾਣ-ਬੁੱਝ ਕੇ ਲਮਕਾ ਰਹੇ ਸਨ। ਖਾਲਸਾ ਐਡਵੋਕੇਟ ਨੇ ਲਿਖਿਆ, ਸਿੱਖਾਂ ਵਿੱਚ ਇੱਕ ਧੜਾ ਐਸਾ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਨੂੰ ਸਿੱਖਾਂ ਨੂੰ ਕੁਰਾਹੇ ਪਾਉਣ ਲਈ ਵਰਤ ਰਿਹਾ ਹੈ ਤੇ ਉਹ ਸਮਝੌਤੇ ਵਿੱਚ ਰੋਕ ਪਾ ਰਿਹਾ ਹੈ ਕਿਉਂਕਿ ਇਹ ਨਹੀਂ ਚਾਹੁੰਦਾ ਕਿ ਅੰਦੋਲਨ ਸਮਾਪਤ ਹੋਵੇ। ਜਨਰਲ ਬਰਡਫੁੱਟ ਦੇ ਯਤਨ ਮਗਰੋਂ ਰੰਗ ਲਿਆਂਦੇ ਜਦ ਮਈ 1924 ਵਿੱਚ ਸਰ ਮੈਕਲਮ ਹੇਲੀ ਪੰਜਾਬ ਦਾ ਲੈਫ-ਗਵਰਨਰ ਬਣਿਆ। ਹੇਲੀ ਬੜਾ ਨਿਪੁੰਨ ਕਰਮਚਾਰੀ ਸੀ। ਉਸ ਨੇ ਸ਼ਾਂਤਮਈ ਅਕਾਲੀ ਸੱਤਿਆਗ੍ਰਹਿ ਵਿਰੁੱਧ ਪੁਲਿਸ ਨੇ ਸਖਤੀ ਵੀ ਜਾਰੀ ਰੱਖੀ ਤੇ ਨਾਲ ਹੀ ਨਾਲ ਨਰਮ ਖਿਆਲੀਏ ਸਿੱਖਾਂ ਨਾਲ ਸਮਝੌਤੇ ਲਈ ਗੱਲਬਾਤ ਵੀ ਸ਼ੁਰੂ ਕਰ ਦਿੱਤੀ। ਉਸ ਨੇ ਨਰਮ ਖਿਆਲੀ ਸਿੱਖਾਂ ਨੂੰ ਸਿੱਖ ਜ਼ਿਲ੍ਹਿਆਂ ਵਿੱਚ ਸਥਾਨਕ ਸਿੱਖਾਂ ਦੀਆਂ ਸੁਧਾਰ ਕਮੇਟੀਆਂ ਬਣਾਉਣ ਲਈ ਉਤਸ਼ਾਹਿਤ ਕੀਤਾ। ਉਸ ਨੇ ਸਾਰੇ ਸੂਬੇ ਦਾ ਦੌਰਾ ਕੀਤਾ ਤੇ ਆਪਣੇ ਭਾਸ਼ਣਾਂ ਵਿੱਚ ਸਿੱਖਾਂ ਨੂੰ ਚੇਤਾਵਨੀ ਦਿੱਤੀ ਕਿ ਲਗਾਤਾਰ ਅੰਦੋਲਨ ਨਾਲ ਭਵਿੱਖ ਵਿੱਚ ਫੌਜ ਵਿੱਚ ਸਿੱਖਾਂ ਦੀ ਭਰਤੀ ਤੇ ਮਾੜਾ ਅਸਰ ਪੈ ਸਕਦਾ ਹੈ। ਹੇਲੀ ਦੇ ਢੰਗ ਕਾਰਗਰ ਸਿੱਧ ਹੋਏ। ਜਥੇ ਭਾਵੇਂ ਜਾਂਦੇ ਰਹੇ ਅਤੇ ਜੈਤੋ ਤੇ ਭਾਈ ਫੇਰੂ ਦੇ ਮੋਰਚੇ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ 10,000 ਤੱਕ ਪਹੁੰਚ ਗਈ, ਪਰ ਸਿੱਖਾਂ ਦੀ ਏਕਤਾ ਨੂੰ ਕਾਫੀ ਨੁਕਸਾਨ ਪਹੁੰਚਿਆ।
ਸਿੱਖ ਸੁਧਾਰ ਕਮੇਟੀ ਦੇ ਇੱਕ ਜਥੇ ਨੂੰ ਜੈਤੋ ਦੇ ਗੁਰਦੁਆਰੇ ਵਿੱਚ ਜਾ ਕੇ ਅਕਤੂਬਰ 1924 ਵਿੱਚ ਬਿਨਾਂ ਦਖਲ ਅੰਦਾਜ਼ੀ ਦੇ ਅਖੰਡ ਪਾਠ ਕਰਨ ਦੀ ਆਗਿਆ ਮਿਲ ਗਈ। ਹੇਲੀ ਨੇ ਮੋਰਚੇ ਨੂੰ ਧਾਰਮਿਕ ਸਿੱਧ ਕਰਨ ਲਈ ਜ਼ਿੰਮੇਵਾਰੀ ਅਕਾਲੀਆਂ ਸਿਰ ਪਾ ਦਿੱਤੀ। ਲੈਜਿਸਲੇਟਿਵ ਕੌਂਸਲ ਦੇ 5 ਮੈਂਬਰਾਂ ਦੀ ਕਮੇਟੀ ਬਣਾ ਕੇ ਹੇਲੀ ਨੇ ਨਵੇਂ ਬਿੱਲ ਦਾ ਖਰੜਾ ਲਾਹੌਰ ਕਿਲ੍ਹੇ ਵਿੱਚ ਕੈਦ ਅਕਾਲੀ ਨੇਤਾਵਾਂ ਕੋਲ ਪੇਸ਼ ਕਰਵਾ ਦਿੱਤਾ। ਬਿੱਲ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦਾ ਸੀ ਤੇ 1925 ਵਿੱਚ ਇਸ ਨੂੰ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਗਿਆ। ਸਿੱਖ ਗੁਰਦੁਆਰਾ ਐਕਟ 1925 ਦੀਆਂ 2 ਅਨੁਸੂਚੀਆਂ ਸਨ। ਪਹਿਲੀ ਵਿੱਚ 232 ਗੁਰਦੁਆਰੇ ਦਰਜ ਸਨ। 28 ਹੋਰ ਇਸ ਸੂਚੀ ਵਿੱਚ ਗੁਰਦੁਆਰੇ ਵਜੋਂ ਦਰਜ ਕੀਤੇ ਗਏ ਸਨ, ਪਰ ਉਨ੍ਹਾਂ ਬਾਰੇ ਪੂਰੀ ਪਰਖ ਪੜਤਾਲ ਨਹੀਂ ਕੀਤੀ ਗਈ ਸੀ। ਦੂਸਰੀ ਸੂਚੀ ਵਿੱਚ ਉਦਾਸੀਆਂ ਜਾਂ ਨਿਰਮਲਿਆਂ ਦੇ ਅਖਾੜੇ ਸਨ, ਜਿਨ੍ਹਾਂ ਦੀ ਗਿਣਤੀ 224 ਸੀ ਤੇ ਉਨ੍ਹਾਂ ਨੂੰ ਕੁਝ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਗੁਰਦੁਆਰੇ ਘੋਸ਼ਿਤ ਨਹੀਂ ਕੀਤੇ ਜਾਣਾ ਸੀ। ਕੋਈ ਵੀ ਸਿੱਖ 1 ਸਾਲ ਦੇ ਅੰਦਰ ਅੰਦਰ ਕਿਸੇ ਵੀ ਸੰਸਥਾ ਨੂੰ ਗੁਰਦੁਆਰਾ ਘੋਸ਼ਿਤ ਕੀਤੇ ਜਾਣ ਲਈ ਪ੍ਰਾਰਥਨਾ ਪੱਤਰ ਦੇ ਸਕਦਾ ਸੀ। ਇਹ ਜਾਂਚਣ ਲਈ ਕਿ ਕੋਈ ਸੰਸਥਾ ਗੁਰਦੁਆਰਾ ਹੈ ਜਾਂ ਨਹੀਂ, ਕਾਬਜ਼ ਆਸ਼ਰਿਤ ਨੂੰ ਕਿਤਨਾ ਮੁਆਵਜ਼ਾ ਦਿੱਤਾ ਜਾਣਾ ਹੈ, 3 ਜੱਜਾਂ ਦੀ ਅਦਾਲਤ ਸਥਾਪਿਤ ਕਰ ਦਿੱਤੀ ਗਈ। ਇਸ ਅਦਾਲਤ ਦੇ ਨਿਰਣੇ ਬਾਰੇ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਸੀ। ਇਸ ਕਾਨੂੰਨ ਅਨੁਸਾਰ ਮਹੰਤਾਂ ਦੇ ਥਾਂ ਤੇ ਕਮੇਟੀਆਂ ਦੀ ਚੋਣ ਕੀਤੀ ਜਾਣੀ ਸੀ। ਕੇਂਦਰੀ ਸੰਸਥਾ SGPC 151 ਮੈਂਬਰਾਂ ਤੇ ਆਧਾਰਿਤ ਹੋਣੀ ਸੀ, ਜਿਨ੍ਹਾਂ ਵਿੱਚ 120 ਚੁਣੇ ਜਾਣੇ ਸਨ। 12 ਸਿੱਖ ਰਿਆਸਤਾਂ ਨੇ ਨਾਮਜ਼ਦ ਕਰਨੇ ਸਨ। 14 ਕੋ ਆਪਟ ਕੀਤੇ ਜਾਣ ਤੇ 5 ਸਿੱਖ ਧਰਮ ਦੇ 4 ਤਖਤਾਂ ਦੇ ਪ੍ਰਤੀਨਿਧ ਹੋਣੇ ਸਨ। ਸਥਾਨਕ ਗੁਰਦੁਆਰਿਆਂ ਦੀਆਂ ਆਪਣੀਆਂ ਚੁਣੀਆਂ ਹੋਈਆਂ ਪ੍ਰਬੰਧਕ ਕਮੇਟੀਆਂ ਹੋਣੀਆਂ ਸਨ ਤੇ ਉਨ੍ਹਾਂ ਵਿੱਚ ਇੱਕ ਮੈਂਬਰ SGPC ਵੱਲੋਂ ਨਾਮਜ਼ਦ ਵੀ ਹੋਣਾ ਸੀ। ਕਾਨੂੰਨ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਗੁਰਦੁਆਰੇ ਦੀ ਆਮਦਨੀ ਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾਣੀ ਸੀ। ਕਾਨੂੰਨ ਦਾ ਸਭ ਤੋਂ ਮਹੱਤਵਪੂਰਨ ਪੱਖ ਸਿੱਖ ਦੀ ਪਰਿਭਾਸ਼ਾ ਸੀ, ਜਿਸ ਅਨੁਸਾਰ ਸਿੱਖ ਉਹ ਸੀ ਜੋ 10 ਗੁਰੂ ਸਾਹਿਬਾਨ ਵਿੱਚ ਤੇ ਗ੍ਰੰਥ ਸਾਹਿਬ ਵਿੱਚ ਇਤਕਾਦ ਰੱਖਦਾ ਹੈ ਤੇ ਪਤਿਤ ਨਹੀਂ ਹੈ। ਆਖਰੀ ਸ਼ਰਤ ਕੌਂਸਲ ਦੇ ਹਿੰਦੂ ਮੈਂਬਰਾਂ ਲਈ ਘਿਨਾਉਣੀ ਸੀ। ਪਰੰਤੂ ਹੇਲੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਿਹੜੇ ਨੇਤਾ ਆਪਣੀ ਗਲਤੀ ਸਵੀਕਾਰ ਕਰਨਗੇ, ਉਨ੍ਹਾਂ ਨੂੰ ਹੀ SGPC ਦਾ ਅਧਿਕਾਰ ਸੌਂਪਿਆ ਜਾਵੇਗਾ। ਇੱਕ ਧੜਾ, ਜਿਸ ਦਾ ਆਗੂ ਮਹਿਤਾਬ ਸਿੰਘ ਸੀ, ਸਹਿਯੋਗ ਕਰਨ ਲਈ ਸਹਿਮਤ ਹੋ ਗਿਆ ਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। ਵੱਡਾ ਧੜਾ, ਜਿਸ ਵਿੱਚ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਸ਼ਾਮਲ ਸੀ, ਮਸ਼ਰੂਤ ਰਿਹਾਈ ਨੂੰ ਅਪਮਾਨਜਨਕ ਸਮਝਦਾ ਸੀ ਤੇ ਉਸ ਨੇ ਕੋਈ ਲਿਖਤੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਐਕਟ ਲਾਗੂ ਕਰਨ ਤੋਂ ਪਹਿਲਾਂ ਸਾਰੇ ਅਕਾਲੀ ਰਿਹਾ ਕੀਤੇ ਜਾਣ। ਕੁਝ ਮਹੀਨਿਆਂ ਮਗਰੋਂ ਉਨ੍ਹਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ। ਜਿਵੇਂ ਉਮੀਦ ਸੀ, ਉਨ੍ਹਾਂ ਨੇ ਮਹਿਤਾਬ ਸਿੰਘ ਦੇ ਧੜੇ ਦੀ ਮਿਲਵਰਤਣੀਏ ਕਹਿ ਕੇ ਨਿਖੇਧੀ ਕੀਤੀ ਤੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਬਾਹਰ ਕਰ ਦਿੱਤਾ। ਅਕਾਲੀ ਏਕਤਾ ਨੂੰ ਕਾਫੀ ਧੱਕਾ ਲੱਗਾ ਤੇ ਜੈਤੋ ਦਾ ਮੋਰਚਾ ਵੀ ਠੁੱਸ ਹੋ ਗਿਆ। ਜਿਹੜੇ ਅਕਾਲੀਆਂ ਨੇ ਮਹੰਤਾਂ ਤੇ ਸਰਕਾਰ ਵਿਰੁੱਧ ਵਿੱਢੇ ਸਖਤ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰ ਲਈ ਸੀ, ਹੁਣ ਇੱਕ ਦੂਸਰੇ ਵਿਰੁੱਧ ਜ਼ਹਿਰ ਉਗਲਣ ਲੱਗੇ। ਜਿਤਨੇ ਆਦਮੀ ਤੇ ਇਸਤਰੀਆਂ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਜਾਂ ਜਿਤਨੇ ਆਦਮੀ ਇਸ ਲਹਿਰ ਵਿੱਚ ਮਰ ਗਏ, ਉਨ੍ਹਾਂ ਦੀ ਸਹੀ ਗਿਣਤੀ ਨਹੀਂ ਦਿੱਤੀ ਜਾ ਸਕਦੀ। ਸਰਕਾਰ ਦੀ ਗਿਣਤੀ ਤੇ ਅਕਾਲੀਆਂ ਦੀ ਗਿਣਤੀ ਨੇ ਕਦੇ ਵੀ ਮੇਲ ਨਾ ਖਾਧਾ। ਪਰੰਤੂ ਤਾਰਾ ਸਿੰਘ ਫਿਰੋਜ਼ਪੁਰੀ, ਜਿਸ ਨੇ ਗੁਰਦੁਆਰਾ ਕਾਨੂੰਨ ਉੱਪਰ ਬਹਿਸ ਵਿੱਚ ਹਿੱਸਾ ਲੈਣ ਵਿੱਚ ਮੁੱਖ ਭੂਮਿਕਾ ਨਿਭਾਈ, ਉਸ ਦੇ ਕਥਨ ਨੂੰ ਸਰਕਾਰੀ ਪੱਖ ਨੇ ਕਦੇ ਝੁਠਲਾਉਣ ਜਾਂ ਵੰਗਾਰਨ ਦੀ ਕੋਸ਼ਿਸ਼ ਨਾ ਕੀਤੀ। ਉਸ ਦੇ ਕਥਨ ਨੂੰ ਹੀ ਲਗਭਗ ਸਹੀ ਸਮਝਿਆ ਜਾਣਾ ਚਾਹੀਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਤਰਨਤਾਰਨ, ਨਨਕਾਣਾ ਸਾਹਿਬ, ਗੁਰੂ ਕਾ ਬਾਗ, ਭਾਈ ਫੇਰੂ ਤੇ ਜੈਤੋ ਵਿੱਚ ਜੋ ਕੁਰਬਾਨੀ ਦਿੱਤੀ ਗਈ, ਉਸ ਵਿੱਚ 30,000 ਗ੍ਰਿਫਤਾਰੀਆਂ ਹੋਈਆਂ, 400 ਮਾਰੇ ਗਏ, 2,000 ਜ਼ਖਮੀ ਹੋਏ ਤੇ ਰਿਟਾਇਰ ਫੌਜੀਆਂ ਦੀਆਂ ਪੈਨਸ਼ਨਾਂ ਤੇ ਜਾਇਦਾਦਾਂ ਜਬਰੀ ਸਮੇਤ 15 ਲੱਖ ਰੁਪਏ ਦਾ ਜੁਰਮਾਨਾ ਸ਼ਾਮਿਲ ਹੈ ਤੇ ਸਿਵਲ ਤੇ ਫੌਜੀ ਭਰਤੀ ਵਿੱਚ ਸਿੱਖਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ।
4 ਸਾਲਾਂ ਦੇ ਇਸ ਸਖਤ ਅੰਦੋਲਨ ਦਾ ਗੰਭੀਰ ਸਿੱਟਾ ਹਿੰਦੂਆਂ ਸਿੱਖਾਂ ਵਿੱਚ ਪਏ ਪਾੜੇ ਵਿੱਚ ਹੋਰ ਵਾਧਾ ਹੋ ਗਿਆ, ਜਿਸ ਵਿੱਚ ਹਿੰਦੂਆਂ ਨੇ ਅਕਾਲੀਆਂ ਵਿਰੁੱਧ ਉਦਾਸੀ ਮਹੰਤਾਂ ਦਾ ਸਮਰਥਨ ਕੀਤਾ। ਸਿੱਖਾਂ ਦੇ ਅਡਰੇਪਨ ਦਾ ਜੋ ਪ੍ਰਗਟਾਵਾ ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ਕਿਤਾਬਚਾ ਹਮ ਹਿੰਦੂ ਨਹੀਂ ਹੈ ਵਿੱਚ ਕੀਤਾ, ਉਸ ਨੂੰ ਪਹਿਲਾਂ ਗੁਰਦੁਆਰਾ ਬਿੱਲ ਸਮੇਂ ਮਹਿਤਾਬ ਸਿੰਘ ਨੇ ਆਪਣੇ ਭਾਸ਼ਣ ਵਿੱਚ ਹੋਰ ਵੀ ਦ੍ਰਿੜਤਾ ਨਾਲ ਪੇਸ਼ ਕੀਤਾ। ਮੈਂ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਜੇ ਸਿੱਖ ਹਿੰਦੂ ਧਰਮ ਦੀ ਬੁੱਕਲ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਹਿੰਦੂ ਉਹਨਾਂ ਨੂੰ ਕਿਉਂ ਜੱਫੀ ਵਿੱਚ ਲੈਣ ਲਈ ਜ਼ੋਰ ਜ਼ਬਰਦਸਤੀ ਕਰ ਰਹੇ ਹਨ। ਉਹ ਆਪਣੇ ਧਰਮ ਵਿੱਚ ਅਣਇੱਛਿਤ ਲੋਕਾਂ ਨੂੰ ਭਾਈਵਾਲ ਬਣਾ ਕੇ ਕੀ ਲਾਭ ਪ੍ਰਾਪਤ ਕਰ ਲੈਣਗੇ। ਉਹਨਾਂ ਨੂੰ ਵੱਖ ਕਿਉਂ ਨਹੀਂ ਹੋ ਲੈਣ ਦਿੰਦੇ। ਸ਼੍ਰੀਮਾਨ, ਸਾਰੇ ਫਸਾਦ ਦੀ ਜੜ ਇਹੋ ਹੈ। ਹਿੰਦੂ ਕਹਿੰਦੇ ਹਨ ਕਿ ਅਸੀਂ ਤੁਹਾਡੇ ਗੁਰਦੁਆਰਿਆਂ ਦਾ ਪ੍ਰਬੰਧ ਤੁਹਾਡੀ ਖਾਤਰ ਕਰਾਂਗੇ। ਕਿ ਇਹ ਅੰਸ਼ਕ ਰੂਪ ਵਿੱਚ ਤੁਹਾਡੇ ਹਨ ਤੇ ਅੰਸ਼ਕ ਰੂਪ ਵਿੱਚ ਸਾਡੇ ਵੀ ਹਨ। ਅਸੀਂ ਕਹਿੰਦੇ ਹਾਂ ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਦੀ ਦੇਖਭਾਲ ਵੀ ਕਰਾਂਗੇ ਤੇ ਅਜਿਹਾ ਕਰਨ ਲਈ ਅਸੀਂ ਦ੍ਰਿੜ ਹਾਂ। ਹਿੰਦੂ ਅਕਾਲੀਆਂ ਦੀ ਵਿਰੋਧਤਾ ਕਰਦੇ ਹੋਏ ਵੀ ਇਸ ਗੱਲ ਦੇ ਪ੍ਰਤੀਰੋਧ ਪ੍ਰਗਟ ਕਰਦੇ ਰਹੇ ਕਿ ਸਿੱਖ ਹਿੰਦੂ ਹੀ ਹਨ। ਪੰਜਾਬੀ ਹਿੰਦੂਆਂ ਦੇ ਇੱਕ ਆਗੂ ਨੇ ਕਿਹਾ, ਮੈਂ ਸਿੱਖ ਧਰਮ ਨੂੰ ਵਿਸ਼ਿਸ਼ਟ ਤੇ ਉੱਤਮ ਹਿੰਦੂ ਧਰਮ ਹੀ ਸਮਝਦਾ ਹਾਂ। ਸਿੱਖ ਸਾਡੇ ਹੱਡ ਮਾਸ ਦਾ ਹਿੱਸਾ ਹੀ ਹਨ। ਸਿੱਖ ਵੱਖਰੇ ਸਨ ਜਾਂ ਹਿੰਦੂ ਸਮਾਜਿਕ ਵਿਵਸਥਾ ਦੀ ਇੱਕ ਸ਼ਾਖਾ ਸਨ, ਆਉਣ ਵਾਲੇ ਸਮੇਂ ਦਾ ਇੱਕ ਵੱਡਾ ਮਸਲਾ ਬਣ ਗਿਆ। SGPC ਇੱਕ ਤਰ੍ਹਾਂ ਨਾਲ ਸਿੱਖ ਪਾਰਲੀਮੈਂਟ ਬਣ ਗਈ। ਇਸ ਦੇ ਫੈਸਲਿਆਂ ਨੂੰ ਪ੍ਰਾਚੀਨ ਗੁਰਮਤਿਆਂ ਦੀ ਪਾਵਨਤਾ ਪ੍ਰਾਪਤ ਹੋ ਗਈ। ਦਲ ਇਸ ਦੀ ਫੌਜ ਬਣ ਗਿਆ ਤੇ ਗੁਰਦੁਆਰਿਆਂ ਵਿੱਚ ਹੋਣ ਵਾਲੀ ਆਮਦਨੀ, ਜੋ ਸਾਲਾਨਾ 10 ਲੱਖ ਤੋਂ ਵੀ ਉੱਪਰ ਸੀ, ਇਸ ਦਾ ਮਾਲਕ ਆਹਾਰ ਤੇ ਆਸਰਾ ਬਣ ਗਈ। ਗੁਰਦੁਆਰਿਆਂ ਦੇ ਪ੍ਰਬੰਧ ਲਈ ਖਰਚ ਤੇ ਅਦਾਇਗੀ, ਸੈਂਕੜਿਆਂ ਗ੍ਰੰਥੀਆਂ, ਸੇਵਾਦਾਰਾਂ ਤੇ ਬਣਾਏ ਗਏ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਤੇ ਪੈਰੋਕਾਰਾਂ ਦੀ ਨਿਯੁਕਤੀ ਤੇ ਸਰਪ੍ਰਸਤੀ ਅਤੇ ਪੰਜਾਬ ਤੋਂ ਬਾਹਰ ਗ੍ਰੰਥੀਆਂ ਤੇ ਪ੍ਰਚਾਰਕਾਂ ਕਾਰਜਾਂ ਲਈ ਸਿਖਲਾਈ ਦੇਣ ਦੇ ਪ੍ਰਬੰਧ ਨੇ SGPC ਨੂੰ ਰਾਜ ਅੰਦਰ ਰਾਜ ਬਣਾ ਦਿੱਤਾ। ਇਹਨਾਂ ਦਾ ਸੰਚਾਲਨ ਤੇ ਨਿਗਰਾਨੀ ਸਿੱਖ ਸਿਆਸਤ ਦੀ ਕੇਂਦਰੀ ਧੁਰ ਬਣ ਗਈ। ਅਸਿੱਧੇ ਤੌਰ ਤੇ ਅਕਾਲੀ ਲਹਿਰ ਸਿੱਖ ਰਿਆਸਤਾਂ ਵਿੱਚ ਜਾਗ੍ਰਿਤੀ ਦਾ ਕਾਰਨ ਬਣੀ। ਗੁਰਦੁਆਰਿਆਂ ਬਾਰੇ ਝਗੜਾ ਖਤਮ ਹੋਣ ਪਿੱਛੋਂ ਰਿਆਸਤਾਂ ਦੇ ਅਕਾਲੀ ਮਹਾਰਾਜਿਆਂ, ਮੁੱਖ ਤੌਰ ਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਨਿਰੰਕੁਸ਼ਤਾ ਤੇ ਸ਼ਕਤੀ ਦੀ ਦੁਰਵਰਤੋਂ ਵਿਰੁੱਧ ਅੰਦੋਲਨ ਕਰਨ ਲੱਗੇ। ਭੁਪਿੰਦਰ ਸਿੰਘ ਨੇ ਪ੍ਰਮੁੱਖ ਅੰਦੋਲਨਕਾਰੀ ਨੇਤਾ ਸੇਵਾ ਸਿੰਘ ਠੀਕਰੀਵਾਲਾ ਨੂੰ ਲਾਹੌਰ ਜੇਲ੍ਹ ਤੋਂ ਬਦਲਵਾ ਕੇ ਚੋਰੀ ਤੇ ਸਾਫ਼ ਝੂਠੇ ਮੁਕੱਦਮੇ ਵਿੱਚ ਪਟਿਆਲੇ ਨਜ਼ਰਬੰਦ ਕਰ ਦਿੱਤਾ। ਅਕਾਲੀਆਂ ਨੇ ਠੀਕਰੀਵਾਲੇ ਦਾ ਮੁਕੱਦਮਾ ਆਪਣੇ ਹੱਥ ਵਿੱਚ ਲੈ ਲਿਆ ਤੇ ਭੁਪਿੰਦਰ ਸਿੰਘ ਦੀਆਂ ਆਸ਼ਕਾਨਾ ਕਹਾਣੀਆਂ ਤੇ ਪਟਿਆਲਾ ਪੁਲਿਸ ਦੇ ਜਿਨਸੀ ਅਵੈੜ ਬਾਰੇ ਪ੍ਰਚਾਰ ਮੁਹਿੰਮ ਛੇੜ ਦਿੱਤੀ। ਮਹਾਰਾਜਾ ਅਕਾਲੀਆਂ ਦੇ ਇੱਕ ਧੜੇ ਨੂੰ ਆਪਣੇ ਨਾਲ ਮਿਲਾ ਲੈਣ ਵਿੱਚ ਸਫਲ ਹੋ ਗਿਆ, ਪਰੰਤੂ ਉਹ ਪੰਜਾਬੀ ਤੇ ਉਰਦੂ ਅਖਬਾਰਾਂ ਨੂੰ ਆਪਣੇ ਵਿਰੁੱਧ ਲਿਖਣ ਤੋਂ ਰੋਕਣ ਵਿੱਚ ਅਸਫਲ ਰਿਹਾ। 1928 ਵਿੱਚ ਰਿਆਸਤਾਂ ਦੇ ਅਕਾਲੀ ਹਿੰਦੂ ਰਾਸ਼ਟਰਵਾਦੀਆਂ ਨਾਲ ਮਿਲ ਗਏ ਤੇ ਉਹਨਾਂ ਨੇ ਪਰਜਾ ਮੰਡਲ ਦੀ ਨੀਂਹ ਰੱਖੀ, ਜੋ ਮਗਰੋਂ ਆਲ ਇੰਡੀਆ ਸਟੇਟਸ ਪੀਪਲਜ਼ ਕਾਂਗਰਸ ਨਾਲ ਸੰਬੰਧਿਤ ਹੋ ਗਿਆ, ਜੋ ਅੱਗੋਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਬੰਧਿਤ ਸੀ। ਸੇਵਾ ਸਿੰਘ ਠੀਕਰੀਵਾਲਾ ਮੰਡਲ ਦੀ ਰੂਹ ਸੀ। ਉਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਤੇ ਮਹਾਰਾਜੇ ਦੇ ਜੇਲਰਾਂ ਵੱਲੋਂ ਅਣਮਨੁੱਖੀ ਜ਼ਿਆਦਤੀਆਂ ਕਾਰਨ 1935 ਵਿੱਚ ਉਸ ਦੀ ਮ੍ਰਿਤੂ ਹੋ ਗਈ। ਸੇਵਾ ਸਿੰਘ ਠੀਕਰੀਵਾਲੇ ਦਾ ਬੁੱਤ ਮਹਿਲ ਨੂੰ ਜਾਂਦੀ ਸੜਕ ਤੇ ਲੱਗਾ ਹੋਇਆ ਹੈ। ਇਹ ਬ੍ਰਿਸ਼ਭਾਨ ਦੇ ਇਸ਼ਾਰੇ ਤੇ ਉਸ ਸਮੇਂ ਲਗਾਇਆ ਗਿਆ ਸੀ ਜਦੋਂ ਉਹ 1955 ਵਿੱਚ ਪੈਪਸੂ ਦਾ ਮੁੱਖ ਮੰਤਰੀ ਸੀ। ਠੀਕਰੀਵਾਲੇ ਨਾਲ ਸੰਬੰਧਿਤ ਉੱਘੇ ਵਿਅਕਤੀਆਂ ਵਿੱਚ ਭਗਵਾਨ ਸਿੰਘ ਲੌਂਗੋਵਾਲੀਆ, ਗਿਆਨੀ ਜੈਲ ਸਿੰਘ, ਪ੍ਰੀਤਮ ਸਿੰਘ ਗੋਜਰਾ, ਜੋ ਮਗਰੋਂ ਸਿੱਖ ਦੇਸ਼ ਦਾ ਸਮਰਥਕ ਬਣਿਆ, ਤੇ ਜਗੀਰ ਸਿੰਘ ਜੋਗਾ ਸ਼ਾਮਿਲ ਸਨ। ਠੀਕਰੀਵਾਲੇ ਦੇ
ਕਤਲ ਕਾਰਨ ਪੰਜਾਬੀਆਂ ਦੀਆਂ ਸਭ ਰਿਆਸਤਾਂ ਵਿੱਚ ਮਹਾਰਾਜੇ ਤੇ ਬਰਤਾਨਵੀ ਸਰਕਾਰ ਵਿਰੁੱਧ ਮੁਹਿੰਮ ਜ਼ੋਰ ਫੜ ਗਈ। ਅੱਜ ਅਸੀਂ ਇਸ ਕਿਤਾਬ ਦੇ 218 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।